ਹੈਲੋ ਫਰੈਂਡਸ, ਮੈਂ ਸਰਬਜੀਤ ਕੌਰ ਤੇ ਲੈ ਕੇ ਆਏ ਹਾਂ ਆਪਣੀ ਚੱਲ ਰਹੀ ਵੀਡੀਓ ਦਾ ਦੂਸਰਾ ਭਾਗ। ਮਹਿਮੂਦ ਗਜ਼ਨਵੀ ਦੇ ਭਾਰਤ ਉੱਪਰ ਹਮਲੇ। ਮਹਿਮੂਦ ਗਜ਼ਨਵੀ ਜਿਹੜਾ ਸ਼ਾਸਕ ਸੀ ਉਹ ਹਿੰਦੂਆਂ ਦੀ ਨਜ਼ਰ ਦੇ ਵਿੱਚ ਇੱਕ ਅਤਿਆਚਾਰੀ ਤੇ ਬਹੁਤ ਹੀ ਕੱਟੜ ਮੁਸਲਮਾਨ ਸੀ, ਜਿਹਦੇ ਵਿੱਚ ਜਰਾ ਵੀ ਦਇਆ ਤੇ ਹਮਦਰਦੀ ਦੇ ਭਾਵ ਨਹੀਂ ਸੀ। ਇਹਦੇ ਉਲਟ ਜਿਹੜੇ ਮੁਸਲਮਾਨ ਲੇਖਕ ਨੇ ਉਹ ਉਹਨੂੰ ਕਹਿੰਦੇ ਨੇ ਵੀ ਉਹ ਇੱਕ ਆਦਰਸ਼ ਹਾਕਮ ਸੀ, ਤੇ ਉਹ ਇਹ ਵੀ ਕਹਿੰਦੇ ਨੇ ਕਿ ਹਰ ਇੱਕ ਮੁਸਲਮਾਨ ਬਾਦਸ਼ਾਹ ਨੂੰ ਮਹਿਮੂਦ ਗਜ਼ਨਵੀ ਵਰਗਾ ਬਣਨਾ ਚਾਹੀਦਾ। ਮਹਿਮੂਦ ਗਜ਼ਨਵੀ 997 ਈਸਵੀ ਦੇ ਵਿੱਚ ਗਜ਼ਨੀ ਦਾ ਸ਼ਾਸਕ ਬਣਿਆ ਸੀ। ਉਹਦੇ ਵਿੱਚ ਵੱਧ ਤੋਂ ਵੱਧ ਪ੍ਰਦੇਸ਼ਾਂ ਨੂੰ ਜਿੱਤਣ ਦੀ ਲਾਲਸਾ ਸੀ। 2-3 ਸਾਲ ਦੇ ਵਿੱਚ ਹੀ ਉਹਨੇ ਆਪਣੀ ਸਥਿਤੀ ਮਜ਼ਬੂਤ ਕਰਕੇ ਭਾਰਤ ਦੇ ਉੱਪਰ ਹਮਲੇ ਕਰਨੇ ਸ਼ੁਰੂ ਕਰਤੇ ਸੀ। ਇਹ ਵੀ ਮੰਨਿਆ ਜਾਂਦਾ ਹੈ ਕਿ ਭਾਰਤ ਦੇ ਉੱਤੇ ਵਾਰ-ਵਾਰ ਹਮਲੇ ਕਰਨ ਦੇ ਲਈ ਮਹਿਮੂਦ ਨੂੰ ਖਲੀਫਾ ਕਾਦਰ ਬਲਾ ਤੋਂ ਪ੍ਰੇਰਨਾ ਮਿਲੀ ਸੀ। ਖਲੀਫਾ ਨੇ ਗਜ਼ਨੀ ਦੇ ਸ਼ਾਸਕ ਨੂੰ ਹੁਕਮ ਦਿੱਤਾ ਸੀ ਕਿ ਉਹ ਭਾਰਤ ਦੇ ਵਿੱਚ ਮੂਰਤੀ ਪੂਜਾ ਨੂੰ ਨਸ਼ਟ ਕਰਨ ਲਈ ਤੇ ਇਸਲਾਮ ਦਾ ਪ੍ਰਸਾਰ ਕਰਨ ਦੇ ਲਈ ਭਾਰਤ ਦੇ ਉੱਤੇ ਹਰ ਸਾਲ ਹਮਲਾ ਕਰੇ। ਇਸੇ ਲਈ ਉਹਨੇ 1000 ਈਸਵੀ ਤੋਂ ਲੈ ਕੇ 1026 ਈਸਵੀ ਤੱਕ ਭਾਰਤ ਦੇ ਉੱਤੇ 17 ਹਮਲੇ ਕੀਤੇ। ਉਹਨਾਂ ਹਮਲਿਆਂ ਦਾ ਵਰਣਨ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ। ਜਿਹੜਾ ਉਹਦਾ ਪਹਿਲਾ ਹਮਲਾ ਸੀ ਉਹ ਸੀਗਾ ਸੀਮਾਂਤ ਕਿਲਿਆਂ ਦੇ ਉੱਤੇ ਅਧਿਕਾਰ ਕਰਨਾ 1000 ਈਸਵੀ ਦੇ ਵਿੱਚ। ਪਹਿਲਾ ਹਮਲਾ ਉਹਨੇ 1000 ਈਸਵੀ ਦੇ ਵਿੱਚ ਕੀਤਾ ਸੀ ਭਾਰਤ ਤੇ। ਇਹ ਜਿਹੜਾ ਹਮਲਾ ਸੀ ਉਹਦਾ ਅਪ੍ਰਸਿੱਧ ਸੀ, ਕੋਈ ਜ਼ਿਆਦਾ ਮਸ਼ਹੂਰ ਨਹੀਂ ਸੀ। ਇਹਦੇ ਵਿੱਚ ਉਹਨੇ ਖੈਬਰ ਦਰੇ ਨੂੰ ਪਾਰ ਕਰਕੇ ਪੰਜਾਬ ਦੇ ਉੱਤਰ ਪੱਛਮ ਦੇ ਵਿੱਚ ਕਿਲੇ ਸਥਿਤ ਸੀ, ਸੀਮਾਂਤ ਕਿਲੇ, ਉਹਨਾਂ ਦੇ ਇਲਾਕਿਆਂ ਤੇ ਅਧਿਕਾਰ ਕਰ ਲਿਆ ਸੀ ਤੇ ਇਹਨਾਂ ਦੀ ਸ਼ਾਸਨ ਵਿਵਸਥਾ ਦਾ ਪ੍ਰਬੰਧ ਕਰਕੇ ਉਹ ਵਾਪਸ ਆਪ ਗਜ਼ਨੀ ਚਲਾ ਗਿਆ ਸੀ। ਤੇ ਉਹਦਾ ਜਿਹੜਾ ਦੂਸਰਾ ਹਮਲਾ ਸੀ ਉਹ ਸੀਗਾ ਜੈਪਾਲ ਨਾਲ ਯੁੱਧ 1021 ਈਸਵੀ ਦੇ ਵਿੱਚ। 1021 ਈਸਵੀ ਦੇ ਵਿੱਚ ਮਹਿਮੂਦ ਨੇ ਹਿੰਦੂ ਸ਼ਾਹੀ ਰਾਜਾ ਸੀ ਇੱਕ ਜੈਪਾਲ, ਉਹਦੇ ਵਿਰੁੱਧ ਚੜ੍ਹਾਈ ਕੀਤੀ ਸੀ। ਜਿਹੜਾ ਉਹਦਾ ਪਿਤਾ ਸੀ ਸਬੁਕਤਦੀਨ, ਉਹਨੇ ਵੀ ਪਹਿਲਾਂ 2 ਵਾਰ ਹਰਾਇਆ ਸੀ ਜੈਪਾਲ ਨੂੰ। ਜੈਪਾਲ ਨੇ ਵੀ ਉਹਦਾ ਮੁਕਾਬਲਾ ਕਰਨ ਦੇ ਲਈ ਆਪਣੀ ਵਿਸ਼ਾਲ ਸੈਨਾ ਤਿਆਰ ਕੀਤੀ ਹੋਈ ਸੀ, ਜਿਹਦੇ ਵਿੱਚ ਉਹਨੇ 30,000 ਪੈਦਲ ਸੈਨਿਕ ਰੱਖੇ ਸੀ, 12,000 ਘੋੜਸਵਾਰ ਸੀ ਤੇ 300 ਹਾਥੀ ਸੀ। ਪਸ਼ਾਵਰ ਦੇ ਨੇੜੇ ਜੇ 27 ਨਵੰਬਰ 1021 ਈਸਵੀ ਨੂੰ ਕਮਸਾਨ ਦੀ ਲੜਾਈ ਹੋਈ ਸੀ, ਜਿਹਦੇ ਵਿੱਚ ਜੈਪਾਲ ਸੀ ਜਿਹੜਾ ਉਹਦੀ ਹਾਰ ਹੋ ਗਈ ਸੀ। ਤੇ ਇਸ ਲੜਾਈ ਦੇ ਵਿੱਚ 15,000 ਹਿੰਦੂ ਸੈਨਿਕ ਮਾਰੇ ਗਏ ਤੇ ਜੈਪਾਲ ਆਪਣੇ 15 ਸੰਬੰਧੀਆਂ ਨਾਲ ਜੈਪਾਲ ਨੂੰ ਕੈਦੀ ਬਣਾ ਲਿਆ ਗਿਆ ਸੀ। ਤੇ ਕੁਝ ਸਮੇਂ ਤੋਂ ਬਾਅਦ ਕੀ ਕੀਤਾ ਸੀ ਮਹਿਮੂਦ ਗਜ਼ਨਵੀ ਨੇ, ਜੈਪਾਲ ਤੋਂ 2.5 ਲੱਖ ਦਿਨਾਰ ਲੈ ਕੇ ਉਹਨੂੰ ਛੱਡ ਦਿੱਤਾ ਸੀ। ਜਦੋਂ ਜੈਪਾਲ ਆਪਣੀ ਰਾਜਧਾਨੀ ਵਾਪਸ ਆਇਆ ਤਾਂ ਲੋਕਾਂ ਨੇ ਉਹਦੇ ਪ੍ਰਤੀ ਕੋਈ ਵੀ ਆਦਰ ਪ੍ਰਗਟ ਨਹੀਂ ਕੀਤਾ ਸੀ। ਇਸ ਕਰਕੇ ਉਹ ਬੇਇੱਜ਼ਤੀ ਨੂੰ ਸਹਾਰ ਨਾ ਸਕਿਆ ਤੇ ਉਹਨੇ ਆਪਣੇ ਪੁੱਤਰ ਆਨੰਦਪਾਲ ਨੂੰ ਸਾਰਾ ਰਾਜ ਭਾਗ ਸੌਂਪਤਾ ਸੀ ਤੇ ਆਪ ਜਲਦੀ ਹੋਈ ਅੱਗ ਦੇ ਵਿੱਚ ਸੜ ਕੇ ਮਰ ਗਿਆ ਸੀ। ਜਦੋਂ ਇਹ ਨਤੀਜਾ ਨਿਕਲਿਆ ਕਿ ਜੈਪਾਲ ਨੇ ਆਤਮ ਹੱਤਿਆ ਕਰ ਲਈ ਤਾਂ ਉਸ ਤੋਂ ਪਿੱਛੋਂ ਹਮਲਾਵਰ ਸੀ ਜਿਹੜੇ ਉਹਨਾਂ ਦਾ ਉਤਸ਼ਾਹ ਦੁੱਗਣਾ ਹੋ ਗਿਆ ਸੀ ਤੇ ਧਨ ਦੀ ਪ੍ਰਾਪਤੀ ਨੇ ਉਹਨਾਂ ਦੀ ਲਾਲਸਾ ਨੂੰ ਹੋਰ ਵੀ ਜ਼ਿਆਦਾ ਵਧਾਤਾ ਸੀ, ਜਿਹੜਾ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਧਨ ਮਿਲਿਆ ਸੀ। ਤੀਸਰਾ ਹਮਲਾ ਸੀ ਜਿਹੜਾ ਇਹ ਸੀ ਭੇਰਾ ਦੇ ਉੱਪਰ। ਜੇਹਲਮ ਦੇ ਸੱਜੇ ਪਾਸੇ ਸੱਜੇ ਕੰਢੇ ਦੇ ਉੱਪਰ ਇੱਕ ਵਿਜੇ ਰਾਏ ਨਾਮ ਦੇ ਸ਼ਾਸਕ ਨੇ ਮਹਿਮੂਦ ਗਜ਼ਨਵੀ ਦੇ ਵਿਰੁੱਧ ਜਦੋਂ ਜੈਪਾਲ ਤੇ ਹਮਲਾ ਕਰਨ ਆਇਆ ਸੀ, ਲੜਾਈ ਦੇ ਵਿੱਚ ਜੈਪਾਲ ਦੀ ਸਹਾਇਤਾ ਦਾ ਵਚਨ ਦਿੱਤਾ ਸੀ, ਪਰ ਉਹਨੇ ਆਪਣਾ ਵਚਨ ਸੀ ਜਿਹੜਾ ਉਹ ਪੂਰਾ ਨਹੀਂ ਕੀਤਾ। ਇਸ ਕਰਕੇ 1004 ਈਸਵੀ ਦੇ ਵਿੱਚ ਮਹਿਮੂਦ ਗਜ਼ਨਵੀ ਨੇ ਭੇਰਾ ਤੇ ਚੜ੍ਹਾਈ ਕਰਤੀ ਸੀ। ਵਿਜੇ ਰਾਏ ਜਿਹੜਾ ਉੱਥੋਂ ਦਾ ਰਾਜਾ ਸੀ, ਉਹਨੇ ਵਿਦੇਸ਼ੀ ਸੈਨਿਕਾਂ ਦਾ ਡਟ ਕੇ ਮੁਕਾਬਲਾ ਕੀਤਾ, ਪਰ ਜਦੋਂ ਉਹਨੂੰ ਸਫਲਤਾ ਦੀ ਕੋਈ ਆਸ ਨਾ ਲੱਗੀ ਤਾਂ ਉਹ ਕੀ ਕੀਤਾ, ਲੜਾਈ ਦੇ ਮੈਦਾਨ ਵਿੱਚੋਂ ਭੱਜ ਗਿਆ ਸੀਗਾ। ਮਹਿਮੂਦ ਦੇ ਸੈਨਿਕਾਂ ਨੇ ਉਹਦਾ ਪਿੱਛਾ ਵੀ ਕੀਤਾ ਤੇ ਉਹ ਆਪਣੇ ਦੁਸ਼ਮਣਾਂ ਦੇ ਹੱਥੋਂ ਬੇਇੱਜ਼ਤੀ ਮਹਿਸੂਸ ਕਰਕੇ ਉਹਨੇ ਵੀ ਆਤਮ ਹੱਤਿਆ ਕਰ ਲਈ ਸੀ। ਇੱਥੇ ਭੇਰਾ ਦੀ ਲੜਾਈ ਦੇ ਵਿੱਚ ਮਹਿਮੂਦ ਗਜ਼ਨਵੀ ਨੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਹਿੰਦੂ ਸੀ ਉਹਨਾਂ ਨੂੰ ਮਾਰਤਾ ਸੀ ਤੇ ਕਈਆਂ ਨੂੰ ਮੁਸਲਮਾਨ ਬਣਾ ਲਿਆ। ਚੌਥਾ ਹਮਲਾ ਮੁਲਤਾਨ ਦੀ ਜਿੱਤ 1006 ਈਸਵੀ ਦੇ ਵਿੱਚ। ਮਹਿਮੂਦ ਗਜ਼ਨਵੀ ਨੇ ਭਾਰਤ ਦੇ ਉੱਤੇ ਜਿਹੜਾ ਚੌਥਾ ਹਮਲਾ ਸੀ ਉਹ ਮੁਲਤਾਨ ਦਾ ਸ਼ਾਸਕ ਸੀਗਾ ਅਬੁਲ ਫਤਿਹ ਦਾਊਦ, ਉਹਦੇ ਵਿਰੁੱਧ ਕੀਤਾ ਸੀ। ਉਹ ਸੀ ਜਿਹੜਾ ਉਹ ਕਰਮਥੀ ਕਬੀਲੇ ਨਾਲ ਸੰਬੰਧ ਰੱਖਦਾ ਸੀ, ਉਹ ਸ਼ੀਆ ਮਤ ਦਾ ਪੈਰੋਕਾਰ ਸੀ। ਮਹਿਮੂਦ ਸੀ ਜਿਹੜਾ ਇਹ ਸੁੰਨੀ ਮਤ ਦਾ ਪੈਰੋਕਾਰ ਸੀ ਤੇ ਇਹ ਕੀ ਸੁੰਨੀ ਹੋਣ ਦੇ ਨਾਤੇ ਸ਼ੀਆ ਵਾਲਿਆਂ ਨੂੰ ਕਾਫਰ ਸਮਝਦਾ ਸੀ। ਤੇ 1006 ਦੇ ਵਿੱਚ ਉਹਨੇ ਕੀ ਕੀਤਾ, ਮੁਲਤਾਨ ਦੇ ਵੱਲ ਚੜ੍ਹਾਈ ਕਰਤੀ ਸੀ ਤੇ ਰਸਤੇ ਦੇ ਵਿੱਚ ਹੀ ਪਸ਼ਾਵਰ ਦੇ ਕੋਲ ਆਨੰਦਪਾਲ ਨੇ ਜਿਹੜਾ ਕਿ ਅਬੁਲ ਫਤਿਹ ਦਾਊਦ ਦੇ ਨਾਲ ਮਿਲ ਗਿਆ ਸੀ, ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ, ਪਰ ਮਹਿਮੂਦ ਨੇ ਕੀ ਕੀਤਾ, ਉਹਨੂੰ ਹਰਾ ਕੇ ਕਸ਼ਮੀਰ ਵੱਲ ਨੂੰ ਭਜਾ ਦਿੱਤਾ ਸੀ
ਤੇ ਆਨੰਦਪਾਲ ਦਾ ਜਿਹੜਾ ਪੁੱਤਰ ਸੀ ਸੁਖਪਾਲ, ਉਹ ਮਹਿਮੂਦ ਗਜ਼ਨਵੀ ਦੇ ਹੱਥ ਲੱਗ ਗਿਆ ਸੀ ਤੇ ਉਹਨੂੰ ਕੈਦ ਕਰ ਲਿਆ ਸੀ ਉਹਨਾਂ ਨੇ। ਮਹਿਮੂਦ ਗਜ਼ਨਵੀ ਨੇ ਉਹਨੂੰ ਮੁਸਲਮਾਨ ਬਣਾ ਕੇ ਉਹਦਾ ਨਾਂ ਫਿਰ ਨਵਾਸਾ ਸ਼ਾਹ ਰੱਖਤਾ ਸੀ। ਆਨੰਦਪਾਲ ਦੇ ਪੁੱਤਰ ਸੁਖਪਾਲ ਦਾ ਨਾਮ ਨਵਾਸਾ ਸ਼ਾਹ ਰੱਖ ਦਿੱਤਾ ਸੀ। ਤੇ ਉਸ ਤੋਂ ਬਾਅਦ ਉਹਨੇ ਕੀ ਕੀਤਾ, ਨਵਾਸਾ ਸ਼ਾਹ ਬਣਾ ਕੇ ਉਹਨੂੰ ਕੈਦੀ ਨੂੰ, ਸੁਖਪਾਲ ਨੂੰ, ਤੇ ਉਦੋਂ ਬਾਅਦ ਆਪ ਮੁਲਤਾਨ ਵੱਲ ਨੂੰ ਚੱਲ ਪਿਆ ਸੀ। 7 ਦਿਨਾਂ ਦੇ ਘੇਰੇ ਤੋਂ ਬਾਅਦ ਮੁਲਤਾਨ ਦੇ ਕਿਲੇ ਦੇ ਉੱਤੇ ਉਹਨੇ ਕਬਜ਼ਾ ਕਰ ਲਿਆ ਸੀ ਤੇ ਥੋੜੀ ਜਿਹੀ ਇੱਥੇ ਗੜਬੜ ਹੋਣ ਦੇ ਕਾਰਨ ਪਿੱਛੇ ਮਹਿਮੂਦ ਗਜ਼ਨਵੀ ਨੂੰ ਵਾਪਸ ਜਾਣਾ ਪਿਆ ਸੀ। ਤੇ ਜਾਣ ਤੋਂ ਪਹਿਲਾਂ ਉਹਨੇ ਕੀ ਕੀਤਾ, ਸੁਖਪਾਲ ਜਿਹਨੂੰ ਨਵਾਸਾ ਸ਼ਾਹ ਬਣਾਇਆ ਸੀ ਉਹਨੂੰ ਮੁਲਤਾਨ ਦਾ ਹਾਕਮ ਬਣਾਤਾ ਸੀ ਉਹਨੇ, ਤੇ ਆਪ ਵਾਪਸ ਚਲਾ ਗਿਆ ਸੀ। ਪੰਜਵਾਂ ਹਮਲਾ ਨਵਾਸਾ ਸ਼ਾਹ ਦੀ ਹਾਰ ਸੀ, ਜਿਹੜਾ 1007 ਈਸਵੀ ਦੇ ਵਿੱਚ ਹੋਇਆ ਸੀ। ਮਹਿਮੂਦ ਗਜ਼ਨਵੀ ਜਦੋਂ ਵਾਪਸ ਚਲਾ ਗਿਆ ਸੀ ਤਾਂ ਉਹ ਤੋਂ ਪਿੱਛੋਂ ਜਿਹੜਾ ਨਵਾਸਾ ਸ਼ਾਹ ਸੀ ਉਹਨੇ ਇਸਲਾਮ ਧਰਮ ਤਿਆਗਤਾ ਸੀ ਤੇ ਆਪਣੇ ਆਪ ਨੂੰ ਉਹ ਮੁਲਤਾਨ ਦਾ ਸੁਤੰਤਰ ਹਾਕਮ ਘੋਸ਼ਿਤ ਕਰਤਾ ਸੀ। ਜਦੋਂ ਮਹਿਮੂਦ ਗਜ਼ਨਵੀ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨੇ ਕੀ ਕੀਤਾ, ਗੁੱਸੇ ਦੇ ਵਿੱਚ ਆ ਕੇ 1007 ਈਸਵੀ ਦੇ ਵਿੱਚ ਮੁਲਤਾਨ ਦੇ ਉੱਪਰ ਦੂਜੀ ਵਾਰ ਚੜ੍ਹਾਈ ਕਰ ਦਿੱਤੀ ਸੀ। ਨਵਾਸਾ ਸ਼ਾਹ ਨੂੰ ਉਹਨੇ ਹਰਾ ਕੇ ਕੈਦੀ ਬਣਾ ਲਿਆ ਸੀ ਤੇ ਮੁਲਤਾਨ ਨੂੰ ਮਹਿਮੂਦ ਨੇ ਆਪਣੇ ਅਧਿਕਾਰ ਦੇ ਵਿੱਚ ਕਰ ਲਿਆ ਸੀ। ਉਹਨੇ ਅਬੁਲ ਫਤਿਹ ਦਾਊਦ ਨੂੰ ਫਿਰ ਆਪਣੀ ਅਧੀਨਗੀ ਦੇ ਹੇਠ ਮੁਲਤਾਨ ਦਾ ਸ਼ਾਸਕ ਨਿਯੁਕਤ ਕਰਤਾ ਸੀ। 6ਵਾਂ ਹਮਲਾ ਸੀ ਜਿਹੜਾ 1008 ਈਸਵੀ ਦੇ ਵਿੱਚ ਹੋਇਆ ਸੀ। ਇੱਕ ਆਨੰਦਪਾਲ ਰਾਜਾ ਸੀ ਹਿੰਦੂ, ਉਹਦੀ ਸ਼ਕਤੀ ਨੂੰ ਕੁਚਲਣ ਵਾਸਤੇ ਮਹਿਮੂਦ ਗਜ਼ਨਵੀ ਨੇ 6ਵਾਂ ਹਮਲਾ ਕੀਤਾ ਸੀ। ਇਸ ਕਰਕੇ ਉਹਨੇ 1008 ਈਸਵੀ ਦੇ ਵਿੱਚ ਇੱਕ ਬਹੁਤ ਵੱਡੀ ਸੈਨਾ ਦੇ ਨਾਲ ਭਾਰਤ ਦੇ ਉੱਤੇ ਹਮਲਾ ਕਰਤਾ ਤੇ ਉਧਰ ਜਿਹੜਾ ਆਨੰਦਪਾਲ ਸੀ ਉਹ ਵੀ ਦੁਸ਼ਮਣ ਦਾ ਮੁਕਾਬਲਾ ਕਰਨ ਦੇ ਲਈ ਤਿਆਰੀਆਂ ਕਰੀ ਬੈਠਾ ਸੀ। ਦੋਵਾਂ ਦੀਆਂ ਫੌਜਾਂ ਦੇ ਵਿੱਚ ਸਿੰਧ ਦੇ ਕਿਨਾਰੇ, ਉਹ ਹਿੰਦ ਦੇ ਨੇੜੇ ਜੇ, ਇੱਕ ਭਿਆਨਕ ਲੜਾਈ ਹੋਈ ਤੇ ਸ਼ੁਰੂ ਦੇ ਵਿੱਚ ਤਾਂ ਜਿਹੜਾ ਰਾਜਪੂਤਾਂ ਦਾ ਪਾਸਾ ਸੀਗਾ ਉਹ ਭਾਰੀ ਰਿਹਾ ਤੇ ਉਹਨਾਂ ਨੇ 4000 ਮੁਸਲਮਾਨਾਂ ਨੂੰ ਮਾਰ ਸੁੱਟਿਆ ਸੀ। ਮਹਿਮੂਦ ਸੀ ਜਿਹੜਾ ਉਹ ਆਪ ਵੀ ਘਬਰਾ ਗਿਆ ਸੀ ਤੇ ਉਹਨੂੰ ਆਪਣੀ ਹਾਰ ਦੇ ਚਿੰਨ੍ਹ ਦਿਖਾਈ ਦੇਣ ਲੱਗ ਪਏ ਸੀ। ਪਰ ਇਸ ਸਮੇਂ ਕੀ ਕੀਤਾ, ਕਿਸਮਤ ਨੇ ਉਹਦਾ ਸਾਥ ਦਿੱਤਾ। ਬਰੂਦ ਦੇ ਅਚਾਨਕ ਫਟਣ ਦੇ ਨਾਲ ਆਨੰਦਪਾਲ ਦਾ ਹਾਥੀ ਡਰ ਗਿਆ ਸੀ ਤੇ ਯੁੱਧ ਖੇਤਰ ਤੋਂ ਭੱਜ ਗਿਆ ਸੀ। ਇਹਦੇ ਨਾਲ ਹੀ ਆਨੰਦਪਾਲ ਦੇ ਸੈਨਿਕਾਂ ਦੇ ਵਿੱਚ ਘਬਰਾਹਟ ਫੈਲ ਗਈ ਤੇ ਉਹ ਪਿੱਛੇ ਵੱਲ ਨੂੰ ਦੌੜਨ ਲੱਗ ਪਏ ਸੀ। ਤੁਰਕਾਂ ਨੇ ਕੀ ਕੀਤਾ, ਦੌੜਦੇ ਹੋਏ ਹਿੰਦੂ ਸੈਨਿਕਾਂ ਦਾ ਪਿੱਛਾ ਕੀਤਾ ਤੇ 2 ਦਿਨ ਤੇ 2 ਰਾਤਾਂ ਦੇ ਵਿੱਚ ਕੋਈ ਲਗਭਗ 20,000 ਸੈਨਿਕਾਂ ਨੂੰ ਉਹਨਾਂ ਨੇ ਮੌਤ ਦੇ ਘਾਟ ਉਤਾਰਤਾ ਸੀ। ਇਸੇ ਕਰਕੇ ਹੀ ਮਹਿਮੂਦ ਗਜ਼ਨਵੀ ਨੂੰ ਇੱਕ ਸ਼ਾਨਦਾਰ ਜਿੱਤ ਪ੍ਰਾਪਤ ਹੋਈ ਤੇ ਉੱਥੋਂ ਉਹਨੇ ਬਹੁਤ ਸਾਰਾ ਲੁੱਟਮਾਰ ਕਰਕੇ ਮਾਲ ਵੀ ਪ੍ਰਾਪਤ ਕੀਤਾ ਤੇ ਉਹਦਾ ਇਸ ਲੜਾਈ ਦੇ ਕਾਰਨ ਹੀ ਉਹਦਾ ਉੱਤਰ ਪੱਛਮੀ ਭਾਰਤ ਦੇ ਉੱਪਰ ਅਧਿਕਾਰ ਹੋ ਗਿਆ ਸੀ। ਪਰ ਫਿਰ ਵੀ ਉਹ ਆਨੰਦਪਾਲ ਦੀ ਸ਼ਕਤੀ ਨੂੰ ਨਸ਼ਟ ਨਹੀਂ ਸੀ ਕਰ ਸਕਿਆ। ਆਨੰਦਪਾਲ ਨੇ ਦੁਬਾਰਾ ਫਿਰ ਆਪਣਾ ਜਿਹੜਾ ਖੁੱਸੇ ਹੋਏ ਇਲਾਕੇ ਸੀ ਉਹਨਾਂ ਤੇ ਅਧਿਕਾਰ ਕਰ ਲਿਆ ਸੀ ਤੇ ਨੰਦਨਾ ਨੂੰ ਆਪਣੀ ਨਵੀਂ ਰਾਜਧਾਨੀ ਬਣਾ ਲਿਆ ਸੀ। 7ਵਾਂ ਹਮਲਾ ਸੀ ਜਿਹੜਾ ਉਹ ਮਹਿਮੂਦ ਗਜ਼ਨਵੀ ਨੇ ਨਗਰਕੋਟ ਦੇ ਉੱਪਰ ਕੀਤਾ ਸੀ 1009 ਦੇ ਵਿੱਚ। ਉਹਨੇ ਨਗਰਕੋਟ ਦੇ ਮੰਦਿਰ ਦੇ ਵਿੱਚ ਸੁਣਿਆ ਹੋਇਆ ਸੀ ਕਿ ਬਹੁਤ ਜ਼ਿਆਦਾ ਧਨ ਹੈ ਇੱਥੇ, ਇਸ ਕਰਕੇ ਉਹਨੇ 1009 ਦੇ ਵਿੱਚ ਅਚਾਨਕ ਹੀ ਨਗਰਕੋਟ ਦੇ ਉੱਪਰ ਹਮਲਾ ਕਰ ਦਿੱਤਾ ਸੀ। ਉੱਥੋਂ ਦਾ ਜਿਹੜਾ ਰਾਜਾ ਸੀ ਬਿਨਾਂ ਵਿਰੋਧ ਕੀਤੇ ਹੀ ਉਹਦੀ ਅਧੀਨਤਾ ਉਹਨੇ ਸਵੀਕਾਰ ਕਰ ਲਈ ਸੀ। ਜਦੋਂ ਗਜ਼ਨਵੀ ਨੇ ਨਗਰਕੋਟ ਦੇ ਕਿਲੇ ਦਾ ਘੇਰਾ ਪਾਇਆ ਤਾਂ ਮੰਦਿਰ ਦੇ ਜਿਹੜੇ ਪੁਜਾਰੀ ਸੀ ਉਹਨਾਂ ਨੇ ਸਾਰੇ ਦਰਵਾਜ਼ੇ ਖੋਲ ਦਿੱਤੇ ਸੀ। ਤੁਰਕ ਸੀ ਜਿਹੜੇ ਉਹਨਾਂ ਨੇ ਮੰਦਿਰਾਂ ਤੋਂ ਬਹੁਤ ਜ਼ਿਆਦਾ ਧਨ ਪ੍ਰਾਪਤ ਕੀਤਾ, ਜਿਹਦੇ ਵਿੱਚ ਕਈ ਮਣ ਹੀਰੇ ਜਵਾਹਰਾਤ ਤੇ ਸੈਂਕੜੇ ਮਣ ਸੋਨਾ ਚਾਂਦੀ ਸੀ। ਜਦੋਂ ਮਹਿਮੂਦ ਗਜ਼ਨਵੀ ਸਾਰਾ ਧਨ ਲੈ ਕੇ ਗਜ਼ਨੀ ਵਾਪਸ ਪਹੁੰਚਿਆ ਤਾਂ ਦੂਰ ਦੂਰ ਦੇ ਦੇਸ਼ਾਂ ਤੋਂ ਲੋਕ ਇਹਨੂੰ ਦੇਖਣ ਆਏ ਸੀ। ਮਹਿਮੂਦ ਗਜ਼ਨਵੀ ਸੀ ਜਿਹੜਾ ਇਸ ਧਨ ਨਾਲ ਵੀ ਉਹ ਸੰਤੁਸ਼ਟ ਹੋਣ ਦੀ ਬਜਾਏ ਉਹਦੀ ਲਾਲਸਾ ਸੀ ਜਿਹੜੀ ਹੋਰ ਵੱਧ ਗਈ ਸੀ। 8ਵਾਂ ਹਮਲਾ ਸੀ ਜਿਹੜਾ 1010 ਈਸਵੀ ਦੇ ਵਿੱਚ ਮੁਲਤਾਨ ਦੇ ਉੱਤੇ ਕੀਤਾ ਸੀ ਦੁਬਾਰਾ ਕਬਜ਼ਾ ਕਰਨ ਵਾਸਤੇ। 1010 ਦੇ ਵਿੱਚ ਮਹਿਮੂਦ ਗਜ਼ਨਵੀ ਨੇ ਅਬੁਲ ਫਤਿਹ ਦਾਊਦ ਸੀ ਜਿਹੜਾ ਮੁਲਤਾਨ ਦਾ ਹਾਕਮ ਬਣਾ ਕੇ, ਜਿਹਨੂੰ ਮਹਿਮੂਦ ਗਜ਼ਨਵੀ ਵਾਪਸ ਚਲਾ ਗਿਆ ਸੀ, ਉਹਨੇ ਵਿਦਰੋਹ ਕਰਤਾ ਸੀ। ਮਹਿਮੂਦ ਗਜ਼ਨਵੀ ਨੇ ਉਹਨੂੰ ਹਰਾ ਕੇ ਮੁਲਤਾਨ ਦੇ ਉੱਪਰ ਦੁਬਾਰਾ ਕਬਜ਼ਾ ਕਰ ਲਿਆ ਸੀ। ਦਾਊਦ ਸੀ ਜਿਹੜਾ ਉਹਨੂੰ ਕੈਦ ਕਰਕੇ ਘੂਰਕ ਦੇ ਕਿਲੇ ਦੇ ਵਿੱਚ ਭੇਜ ਦਿੱਤਾ ਸੀ ਤੇ ਬਾਕੀ ਦਾ ਜਿਹੜਾ ਉਹਦਾ ਜੀਵਨ ਸੀ ਦਾਊਦ ਦਾ ਉਹਨੇ ਕੈਦੀ ਦੇ ਰੂਪ ਵਿੱਚ ਹੀ ਬਤੀਤ ਕੀਤਾ। 9ਵਾਂ ਹਮਲਾ 1011-12 ਈਸਵੀ ਦੇ ਵਿੱਚ ਹੋਇਆ ਸੀ।
1011 ਈਸਵੀ ਦੇ ਅਖੀਰ ਦੇ ਵਿੱਚ ਮਹਿਮੂਦ ਗਜ਼ਨਵੀ ਨੇ ਥਾਨੇਸ਼ਵਰ ਦੇ ਉੱਪਰ ਹਮਲਾ ਕੀਤਾ ਸੀ। ਥਾਨੇਸ਼ਵਰ ਦੇ ਵਿੱਚ ਚੱਕਰ ਸਵਾਮੀ, ਜਿਹਨੂੰ ਵਿਸ਼ਨੂੰ ਦਾ ਇੱਕ ਨਾਂ ਦਿੱਤਾ ਜਾਂਦਾ ਹੈ, ਉਹਦਾ ਇੱਕ ਬਹੁਤ ਵੱਡਾ ਮੰਦਿਰ ਸੀ ਜਿਹੜਾ ਆਪਣੀ ਬਹੁਤ ਸਾਰੀ ਦੌਲਤ ਦੇ ਲਈ ਪ੍ਰਸਿੱਧ ਸੀ। ਮਹਿਮੂਦ ਗਜ਼ਨਵੀ ਦੇ ਸੈਨਿਕਾਂ ਨੇ ਇਹ ਜਿਹੜਾ ਮੰਦਿਰ ਸੀ ਉਹਨੂੰ ਤੋੜ ਭੰਨ ਕੇ ਇਹਦੀ ਸਾਰੀ ਜਿਹੜੀ ਧਨ ਦੌਲਤ ਸੀਗੀ ਉਹਨੂੰ ਲੁੱਟ ਲਿਆ ਸੀ ਤੇ ਉਹ ਤੋਂ ਬਾਅਦ ਜਿਹੜੇ ਇਸ ਨਗਰ ਦੇ ਵਿੱਚ ਦੂਜੇ ਮੰਦਿਰ ਸੀ ਉਹਨਾਂ ਨੂੰ ਵੀ ਨਸ਼ਟ ਕਰਕੇ ਬਹੁਤ ਸਾਰਾ ਪੈਸਾ ਲੁੱਟ ਲਿਆ ਸੀ, ਧਨ ਲੁੱਟ ਲਿਆ ਸੀ। ਮਹਿਮੂਦ ਗਜ਼ਨਵੀ ਨੇ ਚੱਕਰ ਸਵਾਮੀ ਦੀ ਮੂਰਤੀ ਨੂੰ ਮੁਸਲਮਾਨਾਂ ਦੇ ਪੈਰਾਂ ਦੇ ਹੇਠ ਰੌਂਦਣ ਦੇ ਲਈ ਗਜ਼ਨੀ ਲੈ ਗਿਆ ਸੀ ਤੇ ਇਹ ਤੋਂ ਇਲਾਵਾ ਹਜ਼ਾਰਾਂ ਮਰਦ ਤੇ ਔਰਤਾਂ ਨੂੰ ਵੀ ਉਹਨੇ ਕੈਦੀ ਬਣਾ ਕੇ ਗਜ਼ਨੀ ਲੈ ਗਿਆ ਸੀ, ਜਿੱਥੇ ਉਹਨਾਂ ਨੂੰ ਨੌਕਰਾਂ ਤੇ ਗੁਲਾਮਾਂ ਦੇ ਤੌਰ ਤੇ ਅੱਗੇ ਵੇਚ ਦਿੱਤਾ ਸੀ। ਮਹਿਮੂਦ ਗਜ਼ਨਵੀ ਨੇ ਕੁਝ ਕੁ ਹਿੰਦੂਆਂ ਨੂੰ ਆਪਣੀ ਸੈਨਾ ਦੇ ਵਿੱਚ ਭਰਤੀ ਕਰ ਲਿਆ ਸੀ ਤੇ ਕੁਝ ਸਮੇਂ ਬਾਅਦ ਉਹਨੇ ਹਿੰਦੂਆਂ ਦੀ ਇੱਕ ਅਲੱਗ ਤੋਂ ਸੈਨਿਕ ਟੁਕੜੀ ਬਣਾ ਦਿੱਤੀ। 10ਵਾਂ ਹਮਲਾ ਸੀ ਜਿਹੜਾ ਮਹਿਮੂਦ ਗਜ਼ਨਵੀ ਦਾ, ਉਹ 1013 ਦੇ ਵਿੱਚ ਸੀ। ਜਦੋਂ ਆਨੰਦਪਾਲ ਦੀ ਮੌਤ ਹੋ ਗਈ ਸੀ ਉਹ ਤੋਂ ਪਿੱਛੋਂ ਉਹਦਾ ਪੁੱਤਰ ਸੀ ਤਰਲੋਚਨਪਾਲ, ਉਹਦਾ ਉੱਤਰਾਧਿਕਾਰੀ ਬਣ ਗਿਆ ਸੀ ਤੇ ਇਸ ਸਾਲ ਜਿਹੜਾ ਮਹਿਮੂਦ ਗਜ਼ਨਵੀ ਸੀ ਉਹ ਨੰਦਨਾ ਦੇ ਕਿਲੇ ਜਿਹੜਾ ਜੇਹਲਮ ਨਦੀ ਦੇ ਕੰਢੇ ਤੇ ਸਥਿਤ ਸੀ ਉਹਦੇ ਉੱਤੇ ਉਹਨੇ ਹਮਲਾ ਕਰਤਾ ਸੀ। ਤਰਲੋਚਨਪਾਲ ਸੀ ਜਿਹੜਾ ਉਹਨੇ ਸੈਨਾ ਦੀ ਕਮਾਨ ਤੇ ਕਿਲੇ ਦੀ ਰੱਖਿਆ ਦੀ ਜ਼ਿੰਮੇਵਾਰੀ ਆਪਣੇ ਪੁੱਤਰ ਭੀਮਪਾਲ ਨੂੰ ਸੌਂਪ ਕੇ ਆਪ ਉਹ ਕਸ਼ਮੀਰ ਦੇ ਸ਼ਾਸਕ ਤੋਂ ਸਹਾਇਤਾ ਪ੍ਰਾਪਤ ਕਰਨ ਦੇ ਲਈ ਚਲਾ ਗਿਆ ਸੀ। ਤੇ ਜਿਹੜਾ ਕਸ਼ਮੀਰ ਦਾ ਸ਼ਾਸਕ ਸੀ, ਕਸ਼ਮੀਰ ਦੀ ਸੈਨਾ ਸੀ ਜਿਹੜੀ, ਉਹ ਆ ਕੇ ਮਹਿਮੂਦ ਗਜ਼ਨਵੀ ਦਾ ਵਿਰੋਧ ਕਰਨ ਦੇ ਵਾਸਤੇ ਪਹੁੰਚ ਗਈ ਸੀ। ਭੀਮਪਾਲ ਦੇ ਸੁਝਾਅ ਦੀ ਕੋਈ ਪਰਵਾਹ ਨਾ ਕਰਦੇ ਹੋਏ ਜਿਹੜਾ ਤੁੰਗ ਸੀਗਾ ਉਹ ਆਪਣੀ ਸੈਨਾ ਸਹਿਤ ਮਹਿਮੂਦ ਗਜ਼ਨਵੀ ਨਾਲ ਯੁੱਧ ਕਰਨ ਦੇ ਲਈ ਤਿਆਰ ਹੋ ਗਿਆ ਸੀ। ਭੀਮਪਾਲ ਨੂੰ ਵੀ ਜਿਹੜਾ ਆਪਣਾ ਮੋਰਚਾ ਛੱਡ ਕੇ ਤੁੰਗ ਦੇ ਪਿੱਛੇ ਰਣ ਖੇਤਰ ਦੇ ਵਿੱਚ ਜਾਣਾ ਪਿਆ। ਦੋਵਾਂ ਦੀਆਂ ਫੌਜਾਂ ਸੀ ਜਿਹੜੀਆਂ ਮਹਿਮੂਦ ਗਜ਼ਨਵੀ ਨੇ ਹਰਾ ਦਿੱਤੀਆਂ ਸੀ ਤੇ ਤਰਲੋਚਨਪਾਲ ਸੀ ਜਿਹੜਾ ਉਹ ਇਸ ਲੜਾਈ ਦੇ ਵਿੱਚ ਪੂਰੀ ਬਹਾਦਰੀ ਦੇ ਨਾਲ ਲੜਿਆ ਸੀ, ਪਰ ਹਿੰਦੂ ਸ਼ਾਹੀਆਂ ਦੀ ਹਾਰ ਦੇ ਪਿੱਛੋਂ ਆਪਣੇ ਜੀਵਨ ਦੀ ਰੱਖਿਆ ਦੇ ਲਈ ਉਹ ਕਸ਼ਮੀਰ ਭੱਜ ਗਿਆ ਸੀ ਤੇ ਬਾਅਦ ਦੇ ਵਿੱਚ ਉਹਨੇ ਸ਼ਿਵਾਲਿਕ ਦੀਆਂ ਪਹਾੜੀਆਂ ਤੇ ਉੱਥੇ ਨੇੜੇ ਤੇੜੇ ਦੇ ਖੇਤਰਾਂ ਵਿੱਚ ਇੱਕ ਛੋਟਾ ਜਿਹਾ ਰਾਜ ਕਾਇਮ ਕਰ ਲਿਆ ਸੀ। ਕੁਝ ਸਮੇਂ ਲਈ ਸਰਹੰਦ ਨੂੰ ਵੀ ਉਹਨੇ ਆਪਣੀ ਰਾਜਧਾਨੀ ਬਣਾ ਲਿਆ। 1014-15 ਦੇ ਵਿੱਚ ਕਸ਼ਮੀਰ ਦੇ ਵਿਰੁੱਧ ਅਸਫਲ ਮੁਹਿੰਮ 11ਵਾਂ ਹਮਲਾ ਸੀ ਜਿਹੜਾ ਤਰਲੋਚਨਪਾਲ ਤੇ ਉਹਦਾ ਪੁੱਤਰ ਸੀ ਜਿਹੜਾ ਭੀਮਪਾਲ, ਉਹਨਾਂ ਨੂੰ ਕਸ਼ਮੀਰ ਦੇ ਸ਼ਾਸਕ ਨੇ ਸ਼ਰਨ ਦੇਤੀ ਸੀ ਤੇ ਉਹਨਾਂ ਦੀ ਮਹਿਮੂਦ ਵਿਰੁੱਧ ਸਹਾਇਤਾ ਵੀ ਕੀਤੀ ਸੀ। ਇਸੇ ਲਈ ਕਸ਼ਮੀਰ ਦੇ ਸ਼ਾਸਕ ਨੂੰ ਸਜ਼ਾ ਦੇਣ ਦੇ ਲਈ ਮਹਿਮੂਦ ਗਜ਼ਨਵੀ ਨੇ 1014 ਦੇ ਅੰਤ ਦੇ ਵਿੱਚ ਕਸ਼ਮੀਰ ਵੱਲ ਕੂਚ ਕੀਤਾ। ਕਸ਼ਮੀਰ ਦਾ ਜਿਹੜਾ ਸ਼ਾਸਕ ਸੀਗਾ ਉਹਨੇ ਲੋਹਕੋਟ ਦੇ ਕਿਲੇ ਦੇ ਵਿੱਚੋਂ ਦੁਸ਼ਮਣਾਂ ਦਾ ਸੀ ਜਿਹੜਾ ਪੂਰਾ ਵਿਰੋਧ ਕੀਤਾ ਤੇ ਬਿਨਾਂ ਕੋਈ ਸਫਲਤਾ ਪ੍ਰਾਪਤ ਕੀਤੇ ਭੱਜ ਜਾਣ ਦੇ ਲਈ ਮਜਬੂਰ ਕਰ ਦਿੱਤਾ। ਵਾਪਸੀ ਦੇ ਸਮੇਂ ਜਿਹੜਾ ਮਹਿਮੂਦ ਗਜ਼ਨਵੀ ਸੀ ਉਹਨੇ ਕਾਫੀ ਗਿਣਤੀ ਦੇ ਵਿੱਚ ਸੈਨਿਕ ਸੀ ਜਿਹੜੇ ਉਹਦੇ ਜੇਹਲਮ ਨਦੀ ਦੇ ਵਿੱਚ ਡੁੱਬ ਕੇ ਮਰ ਗਏ ਸੀ ਜਿੱਥੇ ਹੜ੍ਹ ਆਇਆ ਹੋਇਆ ਸੀ। ਤੇ ਇਸੇ ਸਾਲ 1015 ਈਸਵੀ ਦੇ ਵਿੱਚ ਮਹਿਮੂਦ ਨੇ ਖਵਾਰਿਜ਼ਮ ਨੂੰ ਫਤਿਹ ਕਰਕੇ ਕਸ਼ਮੀਰ ਦੀ ਮੁਹਿੰਮ ਦੇ ਵਿੱਚ ਜਿਹੜੀ ਉਹਦੀ ਹਾਨੀ ਹੋਈ ਸੀ ਉਹਦੀ ਪੂਰਤੀ ਕਰ ਲਈ ਸੀ। 1018 ਈਸਵੀ ਦੇ ਅੱਧ ਦੇ ਵਿੱਚ ਮਹਿਮੂਦ ਗਜ਼ਨਵੀ ਨੇ ਆਪਣੀ ਬਹੁਤ ਭਾਰੀ ਸੈਨਾ ਦੇ ਨਾਲ ਭਾਰਤ ਦੇ ਉੱਤੇ 12ਵਾਂ ਹਮਲਾ ਕੀਤਾ ਸੀ। ਬਿਨਾਂ ਕਿਸੇ ਵਿਰੋਧ ਦੇ ਉਹ ਜਮਨਾ ਪਾਰ ਕਰਕੇ ਬਰਨ, ਜਿਹਨੂੰ ਬੁਲੰਦ ਸ਼ਹਿਰ ਵੀ ਕਿਹਾ ਜਾਂਦਾ, ਉੱਥੇ ਪਹੁੰਚ ਗਿਆ ਸੀ। ਉੱਥੋਂ ਦਾ ਸ਼ਾਸਕ ਸੀ ਜਿਹੜਾ ਹਰੀਦੱਤ, ਉਹ ਮਹਿਮੂਦ ਗਜ਼ਨਵੀ ਦੀ ਸੈਨਿਕ ਸ਼ਕਤੀ ਨੂੰ ਵੇਖ ਕੇ ਬਹੁਤ ਘਬਰਾ ਗਿਆ ਸੀ ਤੇ ਉਹਨੇ ਆਪਣੇ 10,000 ਸੈਨਿਕਾਂ ਦੇ ਨਾਲ ਹੀ ਮਹਿਮੂਦ ਗਜ਼ਨਵੀ ਦੇ ਸਾਹਮਣੇ ਸਿਰ ਝੁਕਾ ਦਿੱਤਾ ਸੀ ਤੇ ਇਸਲਾਮ ਧਰਮ ਨੂੰ ਸਵੀਕਾਰ ਕਰ ਲਿਆ ਸੀ। ਬਰਨ ਤੋਂ ਬਾਅਦ ਫਿਰ ਮਹਿਮੂਦ ਗਜ਼ਨਵੀ ਜਮਨਾ ਨਦੀ ਦੇ ਕੰਢੇ ਤੇ ਸਥਿਤ ਸੀ ਇੱਕ ਸ਼ਹਿਰ ਮਹਾਵਨ, ਉੱਥੇ ਪਹੁੰਚ ਗਿਆ ਸੀ। ਮਹਾਵਨ ਦਾ ਸ਼ਾਸਕ ਸੀ ਜਿਹੜਾ ਰਾਏ ਕੁਲਚੰਦ, ਉਹਨੇ ਦੁਸ਼ਮਣਾਂ ਦਾ ਡਟ ਕੇ ਮੁਕਾਬਲਾ ਕੀਤਾ ਪਰ ਉਹ ਹਾਰ ਗਿਆ ਸੀ ਤੇ ਵੈਰੀਆਂ ਦੇ ਹੱਥੋਂ ਅਪਮਾਨਿਤ ਹੋਣ ਦੇ ਡਰ ਨਾਲ ਉਹਨੇ ਆਪਣੀ ਪਤਨੀ ਤੇ ਪੁੱਤਰ ਨੂੰ ਮਾਰ ਕੇ ਆਪ ਆਤਮ ਹੱਤਿਆ ਕਰ ਲਈ ਸੀ। ਉਸ ਤੋਂ ਪਿੱਛੋਂ ਮਹਿਮੂਦ ਗਜ਼ਨਵੀ ਫੇਰ ਅੱਗੇ ਵਧਿਆ ਤੇ ਉਹਨੇ ਮਥੁਰਾ ਦੇ ਵਿੱਚ ਇੱਕ ਪ੍ਰਾਚੀਨ ਤੇ ਪਵਿੱਤਰ ਨਗਰ ਦੇ ਉੱਪਰ ਹਮਲਾ ਕਰ ਦਿੱਤਾ ਜਿਹੜਾ ਕਿ ਭਗਵਾਨ ਕ੍ਰਿਸ਼ਨ ਦਾ ਜਨਮ ਸਥਾਨ ਹੈ। ਇੱਥੇ ਉਹਨੇ ਵੱਡੇ ਵੱਡੇ ਜਗਤ ਪ੍ਰਸਿੱਧ ਜਿਹੜੇ ਮੰਦਿਰ ਸੀ ਉਹਨਾਂ ਨੂੰ ਤਬਾਹ ਕਰਤਾ ਸੀ ਤੇ ਇਸ ਤੋਂ ਪਿੱਛੋਂ ਉਹਨੇ ਬ੍ਰਿੰਦਾਵਨ ਦੇ ਮੰਦਿਰਾਂ ਤੇ ਕਿਲਿਆਂ ਨੂੰ ਵੀ ਨਸ਼ਟ ਕਰਤਾ ਸੀ। ਮਥੁਰਾ ਬ੍ਰਿੰਦਾਵਨ ਤੋਂ ਮਹਿਮੂਦ ਗਜ਼ਨਵੀ ਨੂੰ ਬਹੁਤ ਸਾਰਾ ਸੋਨਾ ਚਾਂਦੀ ਤੇ ਹੀਰੇ ਜਵਾਹਰਾਤ ਮਿਲੇ ਸੀ। ਮਥੁਰਾ ਤੋਂ ਮਹਿਮੂਦ ਗਜ਼ਨਵੀ ਨੇ ਕਨੌਜ ਦੇ ਵੱਲ ਕੂਚ ਕਰਤਾ ਸੀ ਤੇ ਜਨਵਰੀ 1019 ਦੇ ਵਿੱਚ ਉਹ
ਇਸ ਪ੍ਰਸਿੱਧ ਨਗਰ ਦੇ ਵਿੱਚ ਪਹੁੰਚ ਗਿਆ ਸੀ, ਜਿਹਦੇ ਵਿੱਚ 7 ਕਿਲੇ ਸੀ ਤੇ ਲਗਭਗ 10,000 ਮੰਦਰ ਸੀ। ਕਨੌਜ ਦਾ ਜਿਹੜਾ ਸ਼ਾਸਕ ਸੀ ਰਾਜਪਾਲ, ਦੁਸ਼ਮਣ ਦੇ ਨਾਲ ਯੁੱਧ ਕਰਨ ਦੀ ਬਜਾਏ ਉਹ ਸ਼ਹਿਰ ਛੱਡ ਕੇ ਭੱਜ ਗਿਆ ਸੀ ਤੇ ਮਹਿਮੂਦ ਗਜ਼ਨਵੀ ਨੇ ਇੱਕ ਹੀ ਦਿਨ ਦੇ ਵਿੱਚ 7 ਕਿਲੇ ਸੀ ਜਿਹੜੇ ਸਾਰਿਆਂ ਦੇ ਉੱਤੇ ਕਬਜ਼ਾ ਕਰ ਲਿਆ ਸੀ ਤੇ ਇੱਕ ਇੱਥੇ ਅਨਾਥ ਨਗਰ ਸੀ ਉਹਨੂੰ ਵੀ ਖੂਬ ਲੁੱਟਿਆ ਸੀ। ਤੇ ਕੁਝ ਸਮੇਂ ਪਿੱਛੋਂ ਜਿਹੜਾ ਰਾਜਪਾਲ ਸੀ ਉਹ ਕਨੌਜ ਵਾਪਸ ਆ ਗਿਆ ਤੇ ਉਹਨੇ ਗਜ਼ਨਵੀ ਦੀ ਅਧੀਨਤਾ ਸਵੀਕਾਰ ਕਰ ਲਈ ਸੀ। ਮਹਿਮੂਦ ਗਜ਼ਨਵੀ ਬਹੁਤ ਸਾਰੀ ਸੰਪਤੀ ਦੇ ਨਾਲ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਭਾਰਤੀ ਜਿਹੜੇ ਮਰਦ ਸੀ ਤੇ ਔਰਤਾਂ ਨੂੰ ਕੈਦੀ ਬਣਾ ਕੇ ਗਜ਼ਨੀ ਲੈ ਗਿਆ ਸੀ, ਜਿੱਥੇ ਉਹਨਾਂ ਨੂੰ ਦਾਸ ਦਾਸੀਆਂ ਦੇ ਰੂਪ ਦੇ ਵਿੱਚ ਵੇਚ ਦਿੱਤਾ ਸੀ। 13ਵਾਂ ਹਮਲਾ ਸੀ 1020 ਈਸਵੀ ਦੇ ਵਿੱਚ। ਕਨੌਜ ਦਾ ਸ਼ਾਸਕ ਸੀ ਜਿਹੜਾ ਰਾਜਪਾਲ, ਉਹਦੀ ਕਾਇਰਤਾ ਤੇ ਜਿਹਨੇ ਮਹਿਮੂਦ ਗਜ਼ਨਵੀ ਦੀ ਅਧੀਨਤਾ ਮੰਨ ਲਈ ਸੀ ਤੇ ਦੂਜੇ ਰਾਜਪੂਤ ਰਾਜੇ ਸੀ ਜਿਹੜੇ ਇਸ ਗੱਲ ਤੋਂ ਬੜੇ ਦੁਖੀ ਹੋਏ ਸੀ। ਇਸ ਲਈ ਉਹਨਾਂ ਨੇ ਕੀ ਕੀਤਾ, ਕਲਿੰਜਰ ਦੇ ਰਾਜਾ ਸੀ ਜਿਹੜਾ ਗੰਡਦੇਵ, ਉਹਨੇ ਗਵਾਲੀਅਰ ਦੇ ਸ਼ਾਸਕ ਨਾਲ ਰਲ ਕੇ ਰਾਜਪਾਲ ਨਾਲ ਯੁੱਧ ਕਰ ਦਿੱਤਾ। ਇਸ ਯੁੱਧ ਦੇ ਵਿੱਚ ਜਿਹੜਾ ਰਾਜਪਾਲ ਸੀ ਉਹ ਹਾਰ ਗਿਆ ਸੀ ਤੇ ਮਾਰਿਆ ਗਿਆ ਸੀ। ਮਹਿਮੂਦ ਗਜ਼ਨਵੀ ਨੂੰ ਜਦੋਂ ਇਹ ਘਟਨਾ ਦੀ ਸੂਚਨਾ ਮਿਲੀ ਤਾਂ ਉਹਨੇ ਰਾਜਾ ਗੰਡਦੇਵ ਨੂੰ ਸਜ਼ਾ ਦੇਣ ਦੇ ਲਈ ਇੱਕ ਵੱਡੀ ਸੈਨਾ ਭਾਰਤ ਵੱਲ ਚੜ੍ਹਾਈ ਕਰ ਦਿੱਤੀ ਸੀ, ਵੱਡੀ ਸੈਨਾ ਨਾਲ। ਉਧਰ ਜਿਹੜਾ ਗੰਡਦੇਵ ਸੀ ਉਹਨੇ ਵੀ ਮੁਕਾਬਲਾ ਕਰਨ ਦੇ ਵਾਸਤੇ ਆਪਦੇ ਕੋਲੇ ਵਿਸ਼ਾਲ ਸੈਨਾ ਇਕੱਠੀ ਕੀਤੀ ਹੋਈ ਸੀ, ਜਿਹਦੇ ਵਿੱਚ 1,45,000 ਪੈਦਲ ਸੈਨਿਕ ਸੀ, 36,000 ਘੋੜਸਵਾਰ ਸੀ ਤੇ 400 ਹਾਥੀ ਸੀ। ਦੋਵਾਂ ਸੈਨਾਵਾਂ ਦੇ ਵਿੱਚ ਬੜੀ ਘਮਸਾਨ ਦੀ ਲੜਾਈ ਹੋਈ। ਜਿਹੜੇ ਮਹਿਮੂਦ ਸੀ ਉਹ ਰਾਜਪੂਤਾਂ ਦੀ ਸੈਨਾ ਨੂੰ ਦੇਖ ਕੇ ਇੱਕ ਵਾਰ ਤਾਂ ਘਬਰਾ ਗਿਆ ਸੀ ਤੇ ਉਹਨੇ ਜਿੱਤ ਲਈ ਅੱਲਾ ਦੇ ਅੱਗੇ ਪ੍ਰਾਰਥਨਾ ਕੀਤੀ। ਰਾਜਾ ਗੰਡਦੇਵ ਸੀ ਜਿਹੜਾ ਉਹ ਵੀ ਬੜੀ ਵੀਰਤਾ ਦੇ ਨਾਲ ਲੜਿਆ, ਪਰ ਅਖੀਰ ਦੇ ਵਿੱਚ ਉਹਦਾ ਹੌਸਲਾ ਟੁੱਟ ਗਿਆ ਸੀ ਤੇ ਉਹ ਰਾਤ ਦੇ ਹਨੇਰੇ ਵਿੱਚ ਆਪਣੀ ਸੈਨਾ ਲੈ ਕੇ ਯੁੱਧ ਦੇ ਮੈਦਾਨ ਦੇ ਵਿੱਚੋਂ ਭੱਜ ਗਿਆ ਸੀ। ਇਸ ਲੜਾਈ ਦੇ ਵਿੱਚ ਮਹਿਮੂਦ ਗਜ਼ਨਵੀ ਦੀ ਕੋਈ ਨਿਰਣਾਇਕ ਜਿੱਤ ਨਹੀਂ ਸੀ ਹੋਈ ਤੇ ਉਹ ਨਗਰ ਸੀ ਜਿਹੜਾ ਉਹਦੇ ਵਿੱਚ ਲੁੱਟਮਾਰ ਕਰਕੇ ਗਜ਼ਨੀ ਵਾਪਸ ਚਲਾ ਗਿਆ ਸੀ। 1021 ਦੇ ਵਿੱਚ ਮਹਿਮੂਦ ਗਜ਼ਨਵੀ ਨੇ ਪੰਜਾਬ ਦੇ ਉੱਪਰ ਅਧਿਕਾਰ ਕਰਨ ਦੇ ਉਦੇਸ਼ ਨਾਲ ਭਾਰਤ ਦੇ ਉੱਪਰ 14ਵਾਂ ਹਮਲਾ ਕੀਤਾ ਸੀ। ਉਹਨੇ ਸਭ ਤੋਂ ਪਹਿਲਾਂ ਸਵਾਤ, ਬਾਜ਼ੌਰ ਤੇ ਕਾਫਿਰਸਤਾਨ ਦੇ ਪਹਾੜੀ ਇਲਾਕਿਆਂ ਨੂੰ, ਜਿਹੜੇ ਕਿ ਬੁੱਧ ਧਰਮ ਦੇ ਅਨੁਯਾਈ ਇੱਥੇ ਲੋਕ ਬੜੇ ਜ਼ਿਆਦਾ ਰਹਿੰਦੇ ਸੀਗੇ, ਉਹਨਾਂ ਨੂੰ ਹਰਾਇਆ ਤੇ ਉਹਨਾਂ ਨੂੰ ਇਸਲਾਮ ਧਰਮ ਸਵੀਕਾਰ ਕਰਨ ਦੇ ਲਈ ਮਜਬੂਰ ਕੀਤਾ ਸੀ। ਇਹ ਤੋਂ ਪਿੱਛੋਂ ਉਹਨੇ ਲੋਹਕੋਟ ਤੇ ਕਸ਼ਮੀਰ ਦੇ ਪਹਾੜੀ ਪ੍ਰਦੇਸ਼ਾਂ ਤੋਂ ਹੁੰਦੇ ਹੋਏ ਪੰਜਾਬ ਦੇ ਵਿੱਚ ਪ੍ਰਵੇਸ਼ ਕੀਤਾ ਸੀ। ਇਸ ਸਮੇਂ ਜਿਹੜਾ ਤਰਲੋਚਨਪਾਲ ਸੀ ਪੰਜਾਬ ਛੱਡ ਕੇ ਪ੍ਰਤੀਹਾਰ ਤੇ ਚੰਦੇਲ ਸ਼ਾਸਕਾਂ ਤੋਂ ਮਹਿਮੂਦ ਵਿਰੁੱਧ ਸਹਾਇਤਾ ਲੈਣ ਦੇ ਲਈ ਚਲਾ ਗਿਆ ਸੀ। ਰਾਜਪਾਲ ਦੀ ਮੌਤ ਤੋਂ ਪਿੱਛੋਂ ਜਿਹੜਾ ਗੰਡਦੇਵ ਸੀ ਉਹ ਵੀ ਮਹਿਮੂਦ ਤੋਂ ਹਾਰਨ ਦੇ ਕਾਰਨ ਸਾਰੀਆਂ ਉਮੀਦਾਂ ਤੇ ਉਹਦੀਆਂ ਤੇ ਪਾਣੀ ਫਿਰ ਗਿਆ ਸੀ ਤੇ 1021 ਦੇ ਵਿੱਚ ਤਰਲੋਚਨਪਾਲ ਦੇ ਆਪਣੇ ਹੀ ਆਦਮੀਆਂ ਨੇ ਉਹਦੀ ਹੱਤਿਆ ਕਰਤੀ ਸੀ। ਉਹਦਾ ਪੁੱਤਰ ਸੀ ਜਿਹੜਾ ਭੀਮਪਾਲ, ਉਹ ਅਜਮੇਰ ਭੱਜ ਗਿਆ ਸੀ ਤੇ 1026 ਦੇ ਵਿੱਚ ਉੱਥੇ ਉਹਦੀ ਮੌਤ ਹੋ ਗਈ ਸੀ। ਅਜਿਹੇ ਹਾਲਾਤ ਬਣ ਗਏ ਸੀ ਪੰਜਾਬ ਦੇ ਵਿੱਚ ਕਿ ਮਹਿਮੂਦ ਗਜ਼ਨਵੀ ਨੇ ਬਿਨਾਂ ਕਿਸੇ ਵਿਰੋਧ ਦੇ ਲਾਹੌਰ ਤੇ ਪੰਜਾਬ ਦੇ ਸਾਰੇ ਪ੍ਰਦੇਸ਼ਾਂ ਦੇ ਉੱਪਰ ਕਬਜ਼ਾ ਕਰ ਲਿਆ ਸੀ। ਉਹਨੇ ਆਪਣੇ ਸੈਨਿਕਾਂ ਨੂੰ ਪੰਜਾਬ ਦੇ ਵਿੱਚ ਲੁੱਟਮਾਰ ਕਰਨ ਦੀ ਮਨਾਹੀ ਕਰ ਦਿੱਤੀ ਸੀ ਤੇ ਮਲਕ ਅਯਾਜ਼ ਨਾਮਕ ਆਪਣੇ ਇੱਕ ਯੋਗ ਸੈਨਿਕ ਅਧਿਕਾਰੀ ਨੂੰ ਲਾਹੌਰ ਦਾ ਗਵਰਨਰ ਨਿਯੁਕਤ ਕਰਤਾ ਸੀ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਹਿੰਦੂ ਸ਼ਾਹੀ ਵੰਸ਼ ਦਾ ਅੰਤ ਹੋ ਗਿਆ ਸੀ ਤੇ ਤੁਰਕਾਂ ਦਾ ਰਾਜ ਸਥਾਪਿਤ ਹੋ ਗਿਆ ਸੀ। ਕਲਹਣ ਲਿਖਦਾ ਆਪਣੀ ਕਿਤਾਬ ਦੇ ਵਿੱਚ ਕਿ ਇਸ ਤੋਂ ਪਿੱਛੋਂ ਹਿੰਦੂ ਸ਼ਾਹੀ ਵੰਸ਼ ਦੇ ਰਾਜਕੁਮਾਰ ਕਸ਼ਮੀਰ ਦਰਬਾਰ ਦੇ ਵਿੱਚ ਚਲੇ ਗਏ ਸੀ ਤੇ ਉਹਨਾਂ ਨੇ ਕਸ਼ਮੀਰ ਦੇ ਸ਼ਾਸਨ ਪ੍ਰਬੰਧ ਦੇ ਵਿੱਚ ਹਿੱਸਾ ਪਾ ਲਿਆ ਸੀ। 15ਵਾਂ ਹਮਲਾ 1022-23 ਦੇ ਵਿੱਚ ਮਹਿਮੂਦ ਗਜ਼ਨਵੀ ਨੇ ਕਲਿੰਜਰ ਦੇ ਉੱਤੇ ਕੀਤਾ ਸੀ। ਕਲਿੰਜਰ ਦੇ ਉੱਤੇ ਹਮਲਾ ਕਰਨ ਵਾਸਤੇ ਮਹਿਮੂਦ ਗਜ਼ਨਵੀ ਵਾਪਸ ਆ ਗਿਆ ਸੀ। ਪਹਿਲਾਂ ਉਹਨੇ ਕੀ ਕੀਤਾ, ਗਵਾਲੀਅਰ ਪਹੁੰਚਿਆ, ਉੱਥੋਂ ਦੀ ਘੇਰਾਬੰਦੀ ਕਰ ਲਈ ਤੇ ਗਵਾਲੀਅਰ ਦਾ ਸ਼ਾਸਕ ਸੀ ਜਿਹੜਾ ਅਰਜਨ, ਉਹਨੇ 4 ਦਿਨਾਂ ਤੱਕ ਜਿਹੜੇ ਤੁਰਕ ਸੀ ਉਹਨਾਂ ਦਾ ਵਿਰੋਧ ਕੀਤਾ, ਪਰ ਅਖੀਰ ਦੇ ਵਿੱਚ ਉਹਨੇ ਦੁਸ਼ਮਣਾਂ ਦੇ ਅੱਗੇ ਹਥਿਆਰ ਸੁੱਟਤੇ ਸੀ ਤੇ ਅਧੀਨਗੀ ਦੇ ਵਜੋਂ ਮਹਿਮੂਦ ਨੂੰ ਬਹੁਤ ਸਾਰੇ ਹਾਥੀ ਭੇਂਟ ਕੀਤੇ ਸੀ ਉਹਨੇ। ਗਵਾਲੀਅਰ ਤੋਂ ਜਿਹੜੀ ਮਹਿਮੂਦ ਗਜ਼ਨਵੀ ਦੀ ਸੈਨਾ ਸੀ ਉਹ ਅੱਗੇ ਵਧੀ ਤੇ ਕਲਿੰਜਰ ਦੇ ਸ਼ਕਤੀਸ਼ਾਲੀ ਕਿਲਾ ਸੀ ਜਿਹੜਾ ਉਹਨੂੰ ਘੇਰਾ ਪਾ ਲਿਆ ਸੀ। ਮਹਿਮੂਦ ਗਜ਼ਨਵੀ ਨੇ ਇਹਦੇ ਕਿਲਾ ਸੀ ਜਿਹੜਾ ਉਹਦੇ ਚਾਰੇ ਪਾਸੇ ਤੋਂ ਆਉਣ ਜਾਣ ਦੇ ਰਸਤੇ ਬੰਦ ਕਰਤੇ ਸੀ ਤਾਂ ਕਿ ਜਿਹੜੇ ਵਿੱਚ ਬੈਠੇ ਨੇ ਦੁਸ਼ਮਣ ਉਹ ਭੁੱਖੇ ਮਰ ਕੇ ਆਤਮ ਸਮਰਪਣ ਕਰਨ ਦੇ ਵਾਸਤੇ ਮਜਬੂਰ ਹੋ ਜਾਣ। ਪਰ ਕੀ ਸੀ, ਕਿਲੇ ਦੇ ਵਿੱਚ ਕਾਫੀ ਜ਼ਿਆਦਾ ਸਮੱਗਰੀ ਸੀ,
ਜਿਹਦੇ ਕਾਰਨ ਇਹ ਘੇਰਾਬੰਦੀ ਬਹੁਤੇ ਦਿਨਾਂ ਤੱਕ ਚੱਲਦੀ ਰਹੀ ਸੀ। ਅੰਤ ਦੇ ਵਿੱਚ ਚੰਦੇਲ ਸ਼ਾਸਕ ਸੀ ਜਿਹੜਾ ਗੰਡਦੇਵ, ਉਹਨੇ ਮਜਬੂਰ ਹੋ ਕੇ ਮਹਿਮੂਦ ਗਜ਼ਨਵੀ ਦੀ ਅਧੀਨਗੀ ਸਵੀਕਾਰ ਕਰ ਲਈ ਸੀ। ਉਹਨੇ ਮਹਿਮੂਦ ਗਜ਼ਨਵੀ ਨੂੰ 300 ਹਾਥੀ ਭੇਂਟ ਕੀਤੇ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਗੰਡਦੇਵ ਸੀ ਜਿਹੜਾ ਉਹ ਮਹਿਮੂਦ ਗਜ਼ਨਵੀ ਦੀ ਸੂਰਬੀਰਤਾ ਤੋਂ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ ਸੀ ਤੇ ਉਹਨੇ ਉਹਦੀ ਪ੍ਰਸ਼ੰਸਾ ਦੇ ਵਿੱਚ ਇੱਕ ਕਵਿਤਾ ਵੀ ਲਿਖ ਕੇ ਭੇਜੀ ਸੀ ਉਹਨੂੰ। 1023 ਈਸਵੀ ਦੇ ਅੰਤ ਤੱਕ ਮਹਿਮੂਦ ਗਜ਼ਨਵੀ ਸੀ ਜਿਹੜਾ ਉਹ ਵਾਪਸ ਚਲਾ ਗਿਆ ਸੀ। ਮਹਿਮੂਦ ਗਜ਼ਨਵੀ ਦਾ 16ਵਾਂ ਤੇ ਸਭ ਤੋਂ ਪ੍ਰਸਿੱਧ ਹਮਲਾ ਸੋਮਨਾਥ ਦੇ ਮੰਦਿਰ ਦਾ ਹਮਲਾ ਸੀ। ਇਹ ਜਗਤ ਪ੍ਰਸਿੱਧ ਮੰਦਿਰ ਕਾਠੀਆਵਾੜ ਵਿੱਚ ਅਰਬ ਸਾਗਰ ਦੇ ਤੱਟ ਤੇ ਸਥਿਤ ਸੀ। ਇਹ ਭਾਰਤ ਦਾ ਸਭ ਤੋਂ ਵਿਸ਼ਾਲ ਤੇ ਮਜ਼ਬੂਤ ਮੰਦਿਰ ਸੀ ਤੇ ਮੰਨਿਆ ਜਾਂਦਾ ਹੈ ਕਿ ਇਸ ਨੂੰ ਪਰਮਾਰ ਵੰਸ਼ ਦੇ ਰਾਜਾ ਭੋਜ ਨੇ ਬਣਵਾਇਆ ਸੀ। ਇਸ ਮੰਦਿਰ ਦੇ ਖਰਚ ਲਈ 10,000 ਪਿੰਡ ਇਸ ਦੇ ਨਾਂ ਲਗਾ ਦਿੱਤੇ ਗਏ ਸਨ। ਸੋਮਨਾਥ ਸੀ ਜਿਹੜਾ ਸ਼ਿਵ ਦੇਵਤਾ ਦਾ ਹੀ ਨਾਮ ਸੀ। ਹਿੰਦੂ ਲੋਕ ਇਸ ਮੰਦਿਰ ਦੇ ਦੇਵਤਾ ਨੂੰ ਭਾਰਤ ਦੇ ਹੋਰ ਸਾਰੇ ਦੇਵਤਿਆਂ ਦਾ ਸੁਆਮੀ ਮੰਨਦੇ ਸੀ। ਇਸ ਮੰਦਿਰ ਦੇ ਅੰਦਰ ਸ਼ਿਵਲਿੰਗ ਬਹੁਤ ਵੱਡਾ, ਵਿਸ਼ਾਲ ਤੇ ਰਤਨਾਂ ਦੇ ਨਾਲ ਜੜਿਆ ਹੋਇਆ ਸੀਗਾ। ਇਹ ਇੰਨਾ ਵੱਡਾ ਸੀ ਕਿ ਇਸ ਦੀ ਛੱਤ ਸੀ ਜਿਹੜੀ 56 ਭਾਰੀ ਰਤਨਾਂ ਨਾਲ ਜੜੇ ਹੋਏ ਸਤੰਭਾਂ ਤੇ ਖੜੀ ਸੀ। 1000 ਬ੍ਰਾਹਮਣ ਜਿਹੜੇ ਸੀਗੇ ਉੱਥੇ ਹਰ ਰੋਜ਼ ਪੂਜਾ ਕਰਦੇ ਸੀ ਤੇ ਮੰਦਿਰ ਦੇ ਇੱਕ ਕੋਨੇ ਦੇ ਵਿੱਚ 200 ਮਣ ਭਾਰ ਦੀ ਇੱਕ ਸੋਨੇ ਦੀ ਜੰਜੀਰ ਲਟਕੀ ਰਹਿੰਦੀ ਸੀ, ਜਿਹਦੇ ਵਿੱਚ ਬਹੁਤ ਸਾਰੇ ਘੰਟੇ ਲੱਗੇ ਹੋਏ ਸੀ ਤੇ ਪੂਜਾ ਦੇ ਸਮੇਂ ਸਾਰੇ ਬ੍ਰਾਹਮਣਾਂ ਨੂੰ ਬੁਲਾਉਣ ਲਈ ਜੰਜੀਰ ਖਿੱਚ ਕੇ ਘੰਟੇ ਵਜਾ ਦਿੱਤੇ ਜਾਂਦੇ ਸੀ। ਦੇਵਤਿਆਂ ਨੂੰ ਪ੍ਰਸੰਨ ਕਰਨ ਦੇ ਲਈ 500 ਨਾਚੀਆਂ ਤੇ 200 ਗਾਇਕ ਮੰਦਿਰ ਦੇ ਵਿੱਚ ਰਹਿੰਦੇ ਸੀ। ਯਾਤਰੀਆਂ ਦਾ ਮੁੰਡਨ ਕਰਨ ਦੇ ਲਈ 300 ਨਾਈ ਰਹਿੰਦੇ ਸੀ ਤੇ ਅਕਤੂਬਰ 1024 ਈਸਵੀ ਦੇ ਵਿੱਚ ਮਹਿਮੂਦ ਨੇ 80,000 ਸੈਨਿਕਾਂ ਦੇ ਨਾਲ ਸੋਮਨਾਥ ਦੇ ਵੱਲ ਚੜ੍ਹਾਈ ਕਰ ਦਿੱਤੀ ਸੀ। ਮੁਲਤਾਨ ਤੇ ਰਾਜਸਥਾਨ ਦੇ ਮਾਰੂਥਲ ਪਾਰ ਕਰਦੀ ਹੋਈ ਜਿਹੜੀ ਤੁਰਕ ਸੈਨਾ ਸੀ ਉਹ ਗੁਜਰਾਤ ਦੀ ਰਾਜਧਾਨੀ ਸੀ ਜਿਹੜੀ ਅਨਹਿਲਵਾੜਾ, ਉੱਥੇ ਪਹੁੰਚ ਗਈ ਸੀ। ਉੱਥੋਂ ਦਾ ਸ਼ਾਸਕ ਸੀ ਜਿਹੜਾ ਭੀਮਦੇਵ, ਉਹ ਨਗਰ ਛੱਡ ਕੇ ਭੱਜ ਗਿਆ ਸੀ ਤੇ ਹਮਲਾਵਰਾਂ ਨੇ ਉਹਦੀ ਰਾਜਧਾਨੀ ਅਨਹਿਲਵਾੜਾ ਨੂੰ ਆਪਣੇ ਅਧਿਕਾਰ ਦੇ ਵਿੱਚ ਲੈ ਲਿਆ ਸੀ। ਇੱਥੋਂ ਆਪਣੀ ਸੈਨਾ ਦੇ ਲਈ ਕਾਫੀ ਜ਼ਰੂਰੀ ਸਮੱਗਰੀ ਪ੍ਰਾਪਤ ਕਰਕੇ ਮਹਿਮੂਦ ਗਜ਼ਨਵੀ ਨੇ ਫਿਰ ਸੋਮਨਾਥ ਮੰਦਿਰ ਦੇ ਉੱਪਰ ਹਮਲਾ ਕਰਤਾ ਸੀ। ਇੱਥੋਂ ਦੇ ਜਿਹੜੇ ਪੁਜਾਰੀ ਸੀ ਉਹਨਾਂ ਨੇ ਦੁਸ਼ਮਣਾਂ ਦਾ ਕੋਈ ਮੁਕਾਬਲਾ ਨਾ ਕੀਤਾ। ਉਹਨਾਂ ਦਾ ਵਿਸ਼ਵਾਸ ਸੀ ਕਿ ਸੋਮਨਾਥ ਦੇਵਤਾ ਆਪ ਮੁਸਲਮਾਨਾਂ ਨੂੰ ਨਸ਼ਟ ਕਰਕੇ ਉਹਨਾਂ ਦੀ ਰੱਖਿਆ ਕਰੇਗਾ। ਮੁਸਲਮਾਨ ਕਿਲੇ ਦੀਆਂ ਕੰਧਾਂ ਦੇ ਉੱਤੇ ਚੜ੍ਹ ਕੇ ਅੰਦਰ ਚਲੇ ਗਏ ਤੇ ਉਹਨਾਂ ਨੇ ਹਜ਼ਾਰਾਂ ਹਿੰਦੂਆਂ ਨੂੰ ਮੌਤ ਦੇ ਘਾਟ ਉਤਾਰਤਾ ਸੀ। ਮਹਿਮੂਦ ਗਜ਼ਨਵੀ ਨੇ ਮੰਦਿਰ ਦੇ ਵਿੱਚ ਦਾਖਲ ਹੋ ਕੇ ਸੋਮਨਾਥ ਦੀ ਮੂਰਤੀ ਤੇ ਸ਼ਿਵਲਿੰਗ ਦੇ ਟੁਕੜੇ ਕਰਤੇ ਸੀ ਤੇ ਇਹਨਾਂ ਟੁਕੜਿਆਂ ਨੂੰ ਉਹ ਬਾਅਦ ਦੇ ਵਿੱਚ ਗਜਨੀ ਲਿਜਾ ਕੇ ਉੱਥੋਂ ਦੀ ਜਿਹੜੀ ਜਾਮਾ ਮਸਜਿਦ ਸੀ ਉਹਦੀ ਦਹਲੀਜ਼ ਦੇ ਵਿੱਚ ਰੱਖ ਦਿੱਤਾ ਗਿਆ ਸੀ, ਤਾਂ ਕਿ ਜਿਹੜੇ ਮਸਜਿਦ ਦੇ ਵਿੱਚ ਆਉਣ ਵਾਲੇ ਮੁਸਲਮਾਨਾਂ ਦੇ ਪੈਰ ਉਹਨਾਂ ਉੱਤੇ ਰੱਖੇ ਜਾਣ। ਮਹਿਮੂਦ ਗਜ਼ਨਵੀ ਨੇ ਸੋਮਨਾਥ ਦੇ ਮੰਦਿਰ ਤੋਂ ਬਹੁਤ ਜ਼ਿਆਦਾ ਸੋਨਾ, ਚਾਂਦੀ, ਹੀਰੇ ਜਵਾਹਰਾਤ ਪ੍ਰਾਪਤ ਕਰ ਲਏ ਸੀ ਤੇ ਇੰਨੀ ਜ਼ਿਆਦਾ ਦੌਲਤ ਨੂੰ ਸਮੇਟ ਕੇ ਉਹ ਜਲਦੀ ਹੀ ਤੇਜ਼ੀ ਨਾਲ ਗਜਨੀ ਵਾਪਸ ਚਲਾ ਗਿਆ ਸੀ, ਕਿਉਂਕਿ ਉਹਨੂੰ ਡਰ ਸੀ ਕਿ ਕਿਤੇ ਉਸ ਦਾ ਲੁੱਟਿਆ ਹੋਇਆ ਧਨ ਹੋਰ ਯੁੱਧ ਕਰਨ ਨਾਲ ਗੁਆਚ ਨਾ ਜਾਵੇ। ਕਈ ਉੱਥੇ ਲੇਖਕ ਉਸ ਸਮੇਂ ਦੇ ਲਿਖਦੇ ਨੇ ਕਿ ਮਹਿਮੂਦ ਗਜ਼ਨਵੀ ਨੂੰ ਸੋਮਨਾਥ ਦੇ ਮੰਦਿਰ ਤੋਂ ਜਿੰਨਾ ਵੀ ਸੋਨਾ ਤੇ ਹੀਰੇ ਜਵਾਹਰ ਮਿਲੇ ਸੀ ਉਹਦਾ 100ਵਾਂ ਹਿੱਸਾ ਵੀ ਕਿਸੇ ਭਾਰਤੀ ਸ਼ਾਸਕ ਦੇ ਖਜ਼ਾਨੇ ਵਿੱਚ ਨਹੀਂ ਸੀ। ਸੋਮਨਾਥ ਦੀ ਜਿੱਤ ਮਹਿਮੂਦ ਗਜ਼ਨਵੀ ਦਾ ਸਭ ਤੋਂ ਮਹਾਨ ਸੈਨਿਕ ਕਾਰਨਾਮਾ ਸੀ। ਇਸ ਜਿੱਤ ਨੇ ਉਹਦੀ ਜਿਹੜੀ ਮਸ਼ਹੂਰੀ ਸੀ ਤੇ ਮਾਣ ਸੀ ਉਹਦੇ ਵਿੱਚ ਕਾਫੀ ਜ਼ਿਆਦਾ ਵਾਧਾ ਕੀਤਾ ਸੀ ਤੇ ਇਸਲਾਮ ਦੇ ਇਤਿਹਾਸ ਦੇ ਵਿੱਚ ਉਹਦਾ ਨਾਮ ਅਮਰ ਕਰ ਦਿੱਤਾ ਸੀ। ਮਹਿਮੂਦ ਗਜ਼ਨਵੀ ਦਾ ਜਿਹੜਾ ਆਖਰੀ ਹਮਲਾ ਸੀ ਉਹ 1026-27 ਦੇ ਵਿੱਚ ਸੀ ਭਾਰਤ ਤੇ। ਜਦੋਂ ਮਹਿਮੂਦ ਗਜ਼ਨਵੀ ਸੋਮਨਾਥ ਦੀ ਜਿੱਤ ਤੋਂ ਪਿੱਛੋਂ ਵਾਪਸ ਜਾ ਰਿਹਾ ਸੀ ਤਾਂ ਰਸਤੇ ਵਿੱਚ ਮੁਲਤਾਨ ਤੇ ਸਿੰਧ ਦੇ ਜਿਹੜੇ ਜੱਟ ਸੀ ਉਹਨਾਂ ਨੇ ਉਹਨੂੰ ਬਹੁਤ ਤੰਗ ਕੀਤਾ ਸੀ। ਗੁਰੀਲਾ ਯੁੱਧ ਪ੍ਰਣਾਲੀ ਦੇ ਨਾਲ ਉਹਦਾ ਕਾਫੀ ਜ਼ਿਆਦਾ ਜਿਹੜਾ ਧਨ ਸੀ ਉਹ ਖੋਹ ਲਿਆ ਸੀ। ਇਸ ਕਰਕੇ ਜੱਟਾਂ ਨੂੰ ਦੰਡ ਦੇਣ ਦੇ ਲਈ, ਉਹਨਾਂ ਨਾਲ ਲੜਾਈ ਕਰਨ ਦੇ ਲਈ 1026-27 ਦੇ ਵਿੱਚ ਉਹਨੇ ਵਾਪਸ ਹਮਲਾ ਕੀਤਾ ਸੀ ਭਾਰਤ ਦੇ ਉੱਪਰ। ਇਹ ਹਮਲਾ ਸੀ ਜਿਹੜਾ ਮਹਿਮੂਦ ਗਜ਼ਨਵੀ ਦਾ ਭਾਰਤ ਦੇ ਉੱਤੇ ਆਖਰੀ ਹਮਲਾ ਸੀ। ਇਹ ਤੋਂ 3 ਸਾਲ ਪਿੱਛੋਂ 30 ਅਪ੍ਰੈਲ 1030 ਨੂੰ ਮਹਿਮੂਦ ਗਜ਼ਨਵੀ ਸੀ ਜਿਹੜਾ ਉਹਦੀ ਮੌਤ ਹੋ ਗਈ ਸੀ। ਭਾਵੇਂ ਮਹਿਮੂਦ ਗਜ਼ਨਵੀ ਨੇ ਭਾਰਤ ਦੇ ਉੱਪਰ 17 ਹਮਲੇ ਕੀਤੇ ਸੀ,
ਉਹਨੂੰ ਇੱਕ ਵਾਰ ਵੀ ਹਾਰ ਦਾ ਮੂੰਹ ਨਹੀਂ ਦੇਖਣਾ ਪਿਆ ਸੀ। ਫਿਰ ਵੀ ਉਹਦੇ ਹਮਲੇ ਸੀ ਜਿਹੜੇ, ਉਹਨਾਂ ਦਾ ਭਾਰਤ ਦੇ ਇਤਿਹਾਸ ਤੇ ਕੋਈ ਸਥਾਈ ਪ੍ਰਭਾਵ ਨਹੀਂ ਪਿਆ ਸੀ। ਵਾਸਤਵ ਦੇ ਵਿੱਚ ਉਹਨੂੰ ਸਿਰਫ ਇੱਕ ਮਹਾਨ ਲੁਟੇਰਾ ਹੀ ਮੰਨਿਆ ਜਾਂਦਾ ਹੈ, ਜਿਹੜਾ ਭਾਰਤ ਦੇ ਵਿੱਚ ਵਾਰ-ਵਾਰ ਆਇਆ ਤੇ ਅਤਿਆਚਾਰ ਕਰਕੇ, ਲੁੱਟਮਾਰ ਕਰਕੇ ਵਾਪਸ ਚਲਾ ਗਿਆ। ਉਹਦੇ ਹਮਲਿਆਂ ਦੇ ਪੰਜਾਬ ਦੇ ਉੱਤੇ ਕੀ ਪ੍ਰਭਾਵ ਪਏ? ਜਿਹੜਾ ਪੰਜਾਬ ਸੀਗਾ ਉਹ 1021 ਦੇ ਤੱਕ ਸੀ, ਜਿਹੜਾ ਆਨੰਦਪਾਲ ਦੇ ਪੁੱਤਰ ਤਰਲੋਚਨਪਾਲ ਤੇ ਉਹਦੇ ਪੋਤੇ ਭੀਮਪਾਲ ਪਹਿਲਾਂ ਹੀ ਪੰਜਾਬ ਛੱਡ ਕੇ ਉਹ ਸੀ ਜਿਹੜੇ ਕਨੌਜ ਚਲੇ ਗਏ ਸੀ। ਤੇ ਉਸ ਤੋਂ ਬਾਅਦ ਸੀ ਅਜਿਹੇ ਹਾਲਾਤ ਦੇ ਵਿੱਚ ਮਹਿਮੂਦ ਗਜ਼ਨਵੀ ਨੇ ਪੰਜਾਬ ਦੇ ਉੱਪਰ ਅਧਿਕਾਰ ਕਰ ਲਿਆ ਸੀ ਤੇ ਜਿਹੜੇ ਪੰਜਾਬ ਭਾਰਤ ਦੇ ਦੂਜੇ ਰਾਜਪੂਤ ਰਾਜੇ ਸੀ ਉਹ ਪਹਿਲਾਂ ਹੀ ਆਪਣੀ ਸੁਤੰਤਰਤਾ ਗਵਾ ਕੇ ਗਜ਼ਨਵੀ ਦੇ ਅਧੀਨ ਚਲੇ ਗਏ ਸੀ ਤੇ ਇਸ ਤਰ੍ਹਾਂ ਉਹਨੇ ਪੰਜਾਬ ਤੇ ਕਬਜ਼ਾ ਕਰ ਲਿਆ ਸੀ। ਤੇ ਉਸ ਤੋਂ ਬਾਅਦ ਹਿੰਦੂ ਸ਼ਾਹੀ ਰਾਜ ਦਾ ਅੰਤ ਹੋ ਗਿਆ ਸੀ ਮਹਿਮੂਦ ਗਜ਼ਨਵੀ ਦੇ ਹਮਲਿਆਂ ਤੋਂ ਬਾਅਦ, ਕਿਉਂਕਿ ਹਮਲਿਆਂ ਤੋਂ ਬਾਅਦ ਜਿਹੜੇ ਹਿੰਦੂ ਰਾਜੇ ਸੀ ਉਹਨਾਂ ਨੇ ਅਧੀਨਤਾ ਸਵੀਕਾਰ ਕਰ ਲਈ ਸੀ ਮਹਿਮੂਦ ਗਜ਼ਨਵੀ ਦੀ ਤੇ ਤੁਰਕ ਰਾਜ ਸਥਾਪਿਤ ਹੋ ਗਿਆ ਸੀ। ਤੇ ਇਹਨਾਂ ਹਮਲਿਆਂ ਦੇ ਕਾਰਨ ਹੀ ਜਿਹੜੀ ਭਾਰਤ ਦੀ ਕਮਜ਼ੋਰੀ ਸੀ ਉਹ ਮਹਿਮੂਦ ਗਜ਼ਨਵੀ ਦੇ ਸਾਹਮਣੇ ਝਲਕਣ ਲੱਗ ਪਈ ਸੀ। 17 ਹਮਲਿਆਂ ਦੇ ਵਿੱਚ ਉਹਨੇ ਭਾਰਤ ਦੇ ਅਨੇਕਾਂ ਸ਼ਾਸਕਾਂ ਨੂੰ ਬੁਰੀ ਤਰ੍ਹਾਂ ਹਰਾਤਾ ਸੀ ਤੇ ਕੋਈ ਵੀ ਰਾਜਾ ਸੀ ਜਿਹੜਾ ਉਹਦੇ ਸਾਹਮਣੇ ਟਿਕ ਨਹੀਂ ਸਕਿਆ ਸੀ। ਤੇ ਉਹਨੇ ਭਾਰਤ ਦੇ ਵੱਖ-ਵੱਖ ਭਾਗਾਂ ਦੇ ਉੱਪਰ ਜਿੱਤ ਪ੍ਰਾਪਤ ਕਰਕੇ ਇੱਥੇ ਮੁਸਲਿਮ ਰਾਜ ਦੀ ਨੀਂਹ ਰੱਖੀ ਸੀ ਤੇ ਉਹਦੇ ਨਾਲ ਹੀ ਉਹਨੇ ਭਾਰਤ ਤੇ ਹਮਲੇ ਕਰਕੇ ਉੱਥੋਂ ਕਾਫੀ ਜ਼ਿਆਦਾ ਭਾਰਤ ਦੀ ਆਰਥਿਕ ਹਾਨੀ ਵੀ ਕੀਤੀ ਸੀ। ਧਨ ਦੇ ਲਾਲਚ ਦੇ ਨਾਲ ਹੀ ਮਹਿਮੂਦ ਗਜ਼ਨਵੀ ਨੇ ਭਾਰਤ ਦੇ ਉੱਪਰ ਵਾਰ-ਵਾਰ ਹਮਲੇ ਕੀਤੇ ਸੀ। ਬਹੁਤ ਸਾਰਾ ਧਨ ਦੌਲਤ ਸੀ ਜਿਹੜਾ ਹੀਰੇ ਜਵਾਹਰਾਤ ਤੋਂ ਗਜ਼ਨੀ ਲੈ ਗਿਆ ਸੀ ਤੇ ਉਹਨੇ ਕੇਵਲ ਰਾਜਿਆਂ ਦੇ ਖਜ਼ਾਨੇ ਨੂੰ ਹੀ ਨਹੀਂ ਲੁੱਟਿਆ, ਭਾਰਤ ਦੇ ਮੰਦਿਰਾਂ ਤੋਂ ਵੀ ਉਹਨੇ ਬਹੁਤ ਜ਼ਿਆਦਾ ਧਨ ਪ੍ਰਾਪਤ ਕੀਤਾ ਸੀ। ਉਹ ਤੋਂ ਬਾਅਦ ਉਹਨੇ ਭਵਨ ਨਿਰਮਾਣ ਕਲਾ ਨੂੰ ਵੀ ਬਹੁਤ ਭੈੜੀ ਸੱਟ ਮਾਰੀ ਸੀ। ਉਹਨੇ ਮਥੁਰਾ, ਬਰਿੰਦਾਵਨ, ਕਨੌਜ ਤੇ ਨਗਰਕੋਟ ਜਿੰਨੇ ਵੀ ਸਾਰੇ ਵਧੀਆ ਨਗਰ ਸੀਗੇ ਸਾਰਿਆਂ ਨੂੰ ਤੇ ਜਿਹੜੇ ਮੰਦਿਰ ਬਣੇ ਹੋਏ ਸੀ ਸਭ ਨੂੰ ਉਜਾੜ ਕੇ ਰੱਖਤਾ ਸੀ। ਮਹਿਮੂਦ ਗਜ਼ਨਵੀ ਮਥੁਰਾ ਦੇ ਸੁੰਦਰ ਮੰਦਿਰ ਵੇਖ ਕੇ ਆਪ ਵੀ ਹੈਰਾਨ ਹੋ ਗਿਆ ਸੀ ਤੇ ਉਸ ਤੋਂ ਬਾਅਦ ਉਹਨੇ ਨਾਲ ਦੀ ਨਾਲ ਪੰਜਾਬ ਦੇ ਵਿੱਚ ਤੇ ਭਾਰਤ ਦੇ ਵਿੱਚ ਜਿਹੜੀ ਸੈਨਿਕ ਸ਼ਕਤੀ ਸੀ ਉਹਨੂੰ ਵੀ ਬਹੁਤ ਜ਼ਿਆਦਾ ਹਾਨੀ ਪਹੁੰਚਾਈ ਸੀ। ਭਾਰਤ ਦੇ ਵਿੱਚ ਇਸਲਾਮ ਧਰਮ ਦਾ ਪ੍ਰਸਾਰ ਕੀਤਾ ਸੀ ਉਹਨੇ ਤੇ ਭਾਰਤ ਦੇ ਵਿੱਚ ਮੁਸਲਿਮ ਰਾਜ ਦੀ ਸਥਾਪਨਾ ਦੇ ਲਈ ਰਸਤਾ ਉਹਦੇ ਲਈ ਬਿਲਕੁਲ ਸਾਫ਼ ਹੋ ਗਿਆ ਸੀ। ਹਿੰਦੂਆਂ ਤੇ ਮੁਸਲਮਾਨਾਂ ਦੇ ਵਿੱਚ ਉਹਦੇ ਹਮਲਿਆਂ ਦੇ ਕਰਕੇ ਵੈਰ ਦੀ ਭਾਵਨਾ ਪੈ ਗਈ ਸੀ। ਹਿੰਦੂਆਂ ਨੂੰ ਉਹ ਕੀ ਕਰਦਾ ਸੀ, ਮੌਤ ਦੇ ਘਾਟ ਉਤਾਰ ਦਿੰਦਾ ਸੀ ਤੇ ਮੰਦਿਰਾਂ ਤੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਨੂੰ ਬੇਰਹਿਮੀ ਦੇ ਨਾਲ ਉਹਨੇ ਨਸ਼ਟ ਕਰਤਾ ਸੀ। ਜਿਹੜੇ ਤੁਰਕ ਸੈਨਿਕ ਸੀ ਉਹ ਹਿੰਦੂਆਂ ਨੂੰ ਕਾਫਰ ਸਮਝਦੇ ਸੀ ਤੇ ਉਹਨਾਂ ਦੇ ਉੱਪਰ ਮਨ ਚਾਹੇ ਅਤਿਆਚਾਰ ਕਰਨ ਲੱਗ ਗਏ ਸੀ ਤੇ ਮੱਧ ਏਸ਼ੀਆ ਤੱਕ ਸੀ ਜਿਹੜਾ ਮਹਿਮੂਦ ਗਜ਼ਨਵੀ ਦੇ ਸਾਮਰਾਜ ਦਾ ਵਿਸਤਾਰ ਹੋ ਗਿਆ ਸੀ। ਗਜ਼ਨੀ ਦੇ ਵਿੱਚ ਵੀ ਕਈ ਚੀਜ਼ਾਂ ਜਿਹੜੀਆਂ ਲੈ ਕੇ ਗਿਆ ਸੀ ਉਹ, ਤੇ ਉੱਥੇ ਕਲਾ ਤੇ ਸਾਹਿਤ ਦਾ ਉਹਨੇ ਵਿਕਾਸ ਕੀਤਾ ਸੀ। ਇਤਿਹਾਸਕ ਸਮੱਗਰੀ ਦੇ ਵਿੱਚ ਵੀ ਮਹਿਮੂਦ ਗਜ਼ਨਵੀ ਦੇ ਹਮਲਿਆਂ ਦੇ ਕਾਰਨ ਜਿਹੜੀ ਇਤਿਹਾਸਕ ਸਮੱਗਰੀ ਸੀ ਭਾਰਤ ਦੀ ਉਹਨੂੰ ਵੀ ਕਾਫੀ ਜ਼ਿਆਦਾ ਹਾਨੀ ਹੋਈ ਸੀ ਤੇ ਇੱਕ ਲਾਭ ਇਹ ਹੋਇਆ ਸੀ ਕਿ ਭਾਰਤ ਦੇ ਇਤਿਹਾਸ ਦੀ ਸਮੱਗਰੀ ਦੇ ਵਿੱਚ ਵਾਧਾ ਹੋਇਆ ਸੀ। ਮਹਿਮੂਦ ਗਜ਼ਨਵੀ ਦੇ ਕਈ ਵਿਦਵਾਨ ਤੇ ਲੇਖਕ ਸੀ ਜਿਹੜੇ ਭਾਰਤ ਆਏ ਸੀ, ਉਹਨਾਂ ਨੇ ਵੀ ਉਸ ਸਮੇਂ ਦੇ ਭਾਰਤ ਦਾ ਇਤਿਹਾਸ ਲਿਖਿਆ ਸੀ। ਜਿਵੇਂ ਅਲ-ਬਰੂਨੀ ਨੇ ਆਪਣੀ ਪੁਸਤਕ ਲਿਖੀ ਸੀ ਕਿਤਾਬ-ਉਲ ਹਿੰਦ, ਉਹਦੇ ਵਿੱਚ 11ਵੀਂ ਸਦੀ ਦੇ ਭਾਰਤ ਦੀ ਸੀ ਜਿਹੜੀ ਰਾਜਨੀਤਿਕ, ਸਮਾਜਿਕ, ਧਾਰਮਿਕ ਤੇ ਸੱਭਿਆਚਾਰਕ ਅਵਸਥਾ ਦਾ ਯੋਗਦਾਨ ਪਾਇਆ ਸੀ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਮਹਿਮੂਦ ਗਜ਼ਨਵੀ ਇੱਕ ਮਹਾਨ ਸੈਨਾਪਤੀ ਸੀ ਤੇ ਉਹਦੀ ਗਿਣਤੀ ਸੀ ਜਿਹੜੀ ਸੰਸਾਰ ਦੇ ਸਭ ਤੋਂ ਉੱਘੇ ਸੈਨਾਪਤੀਆਂ ਦੇ ਵਿੱਚ ਕੀਤੀ ਜਾਂਦੀ ਸੀ। ਮੁਸਲਮਾਨਾਂ ਦੀ ਨਜ਼ਰ ਦੇ ਵਿੱਚ ਉਹ ਜਿਹੜਾ ਸੀ ਇੱਕ ਯੋਗ ਸ਼ਾਸਕ ਸੀ, ਪਰ ਹਿੰਦੂਆਂ ਦੀ ਨਜ਼ਰ ਦੇ ਵਿੱਚ ਉਹ ਇੱਕ ਅਤਿਆਚਾਰੀ ਤੇ ਕੱਟੜ ਮੁਸਲਮਾਨ ਸੀ ਜਿਹਦੇ ਵਿੱਚ ਬਿਲਕੁਲ ਵੀ ਦਇਆ ਨਹੀਂ ਸੀ। ਤੇ ਇਹ ਸੀ ਸਾਡਾ ਅੱਜ ਦਾ ਟੌਪਿਕ। ਅਗਲੇ ਤੀਜੇ ਭਾਗ ਦੇ ਵਿੱਚ ਅਸੀਂ ਕਵਰ ਕਰਾਂਗੇ ਕਿ ਮਹਿਮੂਦ ਗਜ਼ਨਵੀ ਦੇ ਦਰਬਾਰ ਦੇ ਵਿੱਚ ਪ੍ਰਸਿੱਧ ਸਾਹਿਤਕਾਰ ਕਿਹੜੇ-ਕਿਹੜੇ ਸੀ, ਅਲ-ਬਰੂਨੀ ਉਹਦੇ ਬਾਰੇ, ਉਤਬੀ ਤੇ ਫਿਰਦੌਸੀ, ਇਹਨਾਂ ਦੇ ਬਾਰੇ ਪੜਾਂਗੇ ਕਿਉਂਕਿ ਜਿਹੜਾ ਮਹਿਮੂਦ ਗਜ਼ਨਵੀ ਸੀ ਉਹ ਕਵੀਆਂ ਤੇ ਵਿਦਵਾਨਾਂ ਦਾ ਵੀ ਸਰਪ੍ਰਸਤ ਸੀਗਾ। ਉਹਨੂੰ ਆਪ ਕਵਿਤਾਵਾਂ ਲਿਖਣ ਦਾ ਵੀ ਸ਼ੌਂਕ ਸੀ ਤੇ ਯੁੱਧ ਦੇ ਸਮੇਂ ਵੀ ਉਹ ਕੋਈ ਨਾ ਕੋਈ ਕਵਿਤਾ ਜਾਂ ਗੀਤ ਸੁਣਨ ਲਈ ਸਮਾਂ ਕੱਢ ਲੈਂਦਾ ਸੀ। ਤਾਂ ਇਹ ਸੀ ਸਾਡਾ ਅੱਜ ਦਾ ਟੌਪਿਕ। ਉਮੀਦ ਹੈ ਕਿ ਤੁਹਾਨੂੰ ਸਮਝ ਆ ਗਈ ਹੋਵੇਗੀ। ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ। ਥੈਂਕਸ ਫॉर ਵਾਚਿੰਗ।